टाइम शो लैके असी तुहाडी सेवा च हो गए जी हाज़र। मैं तो टोरंटो स्टूडियो तो हरजीत गिल ते मेरे नाल प्रोफैसर जगीर सिंह कालों हर रोज़ की तरह असी मिल के कुछ गल्लां बातां करांगे। प्रोग्राम के दूजे भाग दे विच सुशील दसांझ चंडीगढ़ तो जुड़नगे, उन्हां नाल भी कुछ खबरां दे उत्ते आपां सांझ पावांगे। सब तो पहलां प्रोफैसर साहब तुहाडा स्वागत करदे हां जी। बहुत मेहरबानी जी। प्रोफैसर साहब अज दीयां खबरां च पहली खबर तो मैनू लगता है कि अज भारत की हाकी टीम ने जापान नूं 5-3 नाल हराता जी ओलंपिक च। ते लगता है कि हाकी की टीम इस बार जिहड़ी आ कोई अपना इतिहास दोहराउण दे रौं च लगदी आ। 7 पंजाबी मुंडे ने उहदे विच ते पंजाब गौरमेंट ने ऐलान कर दिता है कि जे वो ओलंपिक जित के आउंदे आ ते कल्ले कल्ले प्लेयर नूं 2 करोड़ 25 ਲੱਖ रुपया जिहड़ा जी असीं इनाम वजों देवांगे। ये बहुत चंगी गल है जी कि इस किस्म का ऐलान हुंदा और जिहड़ी इस वेर ओलंपिक दे विच भारत की टीम गई आ, ये चंगी परफॉर्मेंस अपनी कर रही आ और ਇਹਦੀ ਜਿਹੜੀ ਕੋਚਿੰਗ ਹੈਗੀ ਆ ਉਹ ਵੀ ਬਾ ਕਮਾਲ ਆ। ਜਿਹੜੇ ਖਿਡਾਰੀ ਆ ਉਹਨਾਂ ਦਾ ਹੌਸਲਾ ਵੀ ਬਾ ਕਮਾਲ ਆ ਕਿ ਪਹਿਲੇ ਮੈਚ ਦੇ ਵਿੱਚ ਜਿੱਤ ਕੇ ਤੇ ਦੂਜੇ ਮੈਚ ਦੇ ਵਿੱਚ ਆਸਟ੍ਰੇਲੀਆ ਕੋਲੋਂ 7-1 ਨਾਲ ਹਾਰ ਕੇ ਵੀ ਜਿਹੜੀ ਟੀਮ ਹੈਗੀ ਆ ਉਹਨੇ ਮੁੜ ਕੇ ਅਰਜਨਟਾਈਨਾ ਨੂੰ ਵੀ ਹਰਾਇਆ, ਮੁੜ ਕੇ ਜਾਪਾਨ ਨੂੰ ਵੀ ਹਰਾਇਆ। ਤੇ ਇਸ ਤਰੀਕੇ ਨਾਲ ਇਹ ਇੱਕ ਵੱਡੀ ਪ੍ਰਾਪਤੀ ਵਾਲੀ ਗੱਲ ਹੋਏਗੀ ਜਿਹੜੀ ਹਾਕੀ ਭਾਰਤ ਦੀ 1924 28 32 36 ਵਗੈਰਾ ਦੇ ਵਿੱਚ ਮੈਡਲ ਲੈਂਦੀ ਰਹੀ ਆ ਤੇ ਉਸ ਤੋਂ ਬਾਅਦ 48 52 ਦੇ ਵਿੱਚ ਵੀ 골ਡ ਮੈਡਲ ਲਏ। ਫਿਰ ਜਿਹੜੀਆਂ 1960 ਦੀਆਂ ਓਲੰਪਿਕ ਖੇਡਾਂ ਹੋਈਆਂ ਰੋਮ ਓਲੰਪਿਕਸ, ਉਹਦੇ ਵਿੱਚ 골ਡ ਮੈਡਲ ਲੈਣੋਂ ਭਾਰਤ ਦੀ ਟੀਮ ਖੁੰਝ ਗਈ ਸੀਗੀ ਔਰ ਉਸ ਤੋਂ ਬਾਅਦ ਇਸਨੇ 1980 ਦੇ ਵਿੱਚ ਮਾਸਕੋ ਓਲੰਪਿਕਸ ਦੇ ਵਿੱਚ 골ਡ ਮੈਡਲ ਲਿਆ ਸੀਗਾ, ਜਿਹਨੂੰ ਉਨੀ ਮਹੱਤਤਾ ਆਮ ਤੌਰ ਤੇ ਨਹੀਂ ਦਿੱਤੀ ਜਾਂਦੀ ਕਿਉਂਕਿ ਉਸ ਵੇਲੇ ਜਿਹੜਾ ਵੈਸਟਰਨ ਵਰਲਡ ਆ ਉਹਨੇ ਬਾਈਕਾਟ ਕੀਤਾ ਸੀਗਾ, ਜਿਹਦੇ ਵਿੱਚ ਵੈਸਟ ਜਰਮਨੀ, ਹਾਲੈਂਡ ਵਗੈਰਾ ਦੀਆਂ ਜਿਹੜੀਆਂ ਟੀਮਾਂ ਸੀਗੀਆਂ ਤਗੜੀਆਂ ਉਹ ਉਸ ਵੇਲੇ ਬਾਹਰ ਸੀਗੀਆਂ। ਸੋ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਜੀ, ਖਾਸ ਕਰਕੇ ਭਾਰਤੀ ਹਾਕੀ ਟੀਮ ਲਈ, ਭਾਰਤ ਦੇ ਲੋਕਾਂ ਲਈ ਕਿ ਇਹ ਜਿਹੜੀ ਟੀਮ ਦੀ ਪਰਫਾਰਮੈਂਸ ਆ ਉਹਨੂੰ ਇੱਕ ਮੈਡਲ ਦੇ ਲਾਗੇ ਉਹਨੇ ਲੈਂਦਾ ਆ ਔਰ ਇਹ ਸਾਰਿਆਂ ਨੂੰ ਅਸੀਂ ਇਸ ਗੱਲ ਦੀ ਵਧਾਈ ਦਿੰਦੇ ਹਾਂ, ਖੁਸ਼ੀ ਪ੍ਰਗਟ ਕਰਦੇ ਹਾਂ ਔਰ ਪੰਜਾਬ ਸਰਕਾਰ ਦੀ ਵੀ ਇਸ ਗੱਲੋਂ ਸ਼ਲਾਘਾ ਕਰਦੇ ਹਾਂ ਵੀ ਉਹਨਾਂ ਨੇ ਇੱਕ ਵੱਡਾ ਇਨਾਮ ਜਿਹੜਾ ਹੈਗਾ 2.25 ਕਰੋੜ ਦਾ ਜੀ ਉਹ ਆਪਣੇ ਰਾਣਾ ਜਿਹੜੇ ਹੈਗੇ ਨੇ ਜੀ ਉਹਨਾਂ ਨੇ ਐਲਾਨ ਕੀਤਾ ਆ। ਮੇਰੇ ਖਿਆਲ ਉਹ ਸਪੀਕਰ ਨੇ ਜਾਂ ਉਹ ਰਾਣਾ ਸੋਢੀ ਨੇ, ਮੈਨੂੰ ਨਹੀਂ ਪਤਾ, ਸਪੋਰਟਸ ਦੇ ਮਿਨਿਸਟਰ ਨੇ, ਉਹਨਾਂ ਦਾ ਬਿਆਨ ਮੈਂ ਅੱਜ ਵੇਖਿਆ ਕਿਤੇ ਕਿ ਉਹਨਾਂ ਕਿਹਾ ਕਿ 2.25 ਕਰੋੜ ਰੁਪਈਆ ਪਰ ਪਲੇਅਰ ਦੇਵਾਂਗੇ। ਕੈਪਟਨ ਸਾਹਿਬ ਦਾ ਬਿਆਨ ਨਹੀਂ ਹੈ ਵੈਸੇ। ਇਹ ਰਾਣਾ ਸੋਢੀ ਸਪੋਰਟਸ ਮਿਨਿਸਟਰ ਹੈ ਜੀ ਪੰਜਾਬ ਦੇ। ਅੱਛਾ ਜੀ। ਹਾਂਜੀ, ਉਹਨਾਂ ਦਾ ਰਾਣਾ ਸੋਢੀ ਜਿਹੜੇ ਆ ਉਹ ਸਪੋਰਟਸ ਮਿਨਿਸਟਰ ਨੇ ਔਰ ਇਹਦੇ ਵਿੱਚ ਨਾ ਕੇਵਲ ਭਾਰਤ ਦੀ ਜਿਹੜੇ ਪੰਜਾਬ ਦੇ ਖਿਡਾਰੀ ਆ ਉਹਨਾਂ ਦੀ ਹੋਊਗੀ, ਜੇ ਮੈਡਲ ਆਉਂਦਾ ਹੈ ਤਾਂ ਭਾਰਤ ਸਰਕਾਰ ਵੀ ਉਹਨਾਂ ਨੂੰ ਦੇਗੀ ਔਰ ਕੰਪਨੀਆਂ ਵੀ ਦੇਣਗੀਆਂ, ਯਾਨੀ ਉਹਨਾਂ ਲਈ ਬਹੁਤ ਪ੍ਰਾਪਤੀਆਂ ਵਾਲੀ ਗੱਲ ਹੋਏਗੀ ਤੇ ਬਹੁਤ ਖੁਸ਼ੀ ਵਾਲੀ ਗੱਲ ਹੈਗੀ ਆ। ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ। ਇਹ ਬਹੁਤ ਚੰਗੀ ਗੱਲ ਹੈ ਪ੍ਰੋਫੈਸਰ ਸਾਹਿਬ। ਅਕਸਰ ਆਪਾਂ ਕੱਲੀ ਕ੍ਰਿਕਟ ਦੀ ਗੱਲ ਕਰਦੇ ਰਹਿੰਦੇ ਆ ਤੇ ਭਾਰਤੀ ਹਾਕੀ ਲਗਾਤਾਰ ਪਛੜਦੀ ਗਈ। ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਪਹਿਲਿਆਂ ਦੇ ਵਿੱਚ ਈਵਨ ਜਦੋਂ ਦੇਸ਼ ਵੰਡਿਆ ਨਹੀਂ ਸੀ ਗਿਆ, ਆਜ਼ਾਦੀ ਤੋਂ ਵੀ ਪਹਿਲਾਂ ਭਾਰਤ ਨੇ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਬ੍ਰਿਟਿਸ਼ ਵੱਲੋਂ ਜਦੋਂ ਬ੍ਰਿਟਿਸ਼ ਇੰਡੀਆ ਵੱਲੋਂ ਖੇਡਦਿਆਂ ਵੀ ਜਿੱਤਾਂ ਪ੍ਰਾਪਤ ਕਰ ਲਈਆਂ ਸੀਗੀਆਂ, ਪਰ ਕਿਉਂਕਿ ਸਾਡੀਆਂ ਸਰਕਾਰਾਂ ਜਿਹੜੀਆਂ ਨੇ, ਹਾਲਾਂਕਿ ਅਸੀਂ ਹਾਕੀ ਨੂੰ ਆਪਣੀ ਨੈਸ਼ਨਲ ਗੇਮ ਕਹਿੰਦੇ ਆ, ਫੀਲਡ ਹਾਕੀ ਨੂੰ, ਪਰ ਉਹਦੇ ਤੇ ਤਵੱਜੋ ਨਹੀਂ ਦਿੰਦੀਆਂ ਉਨੀ, ਤੇ ਨਾ ਹੀ ਉਨੀ ਸੁਵਿਧਾ ਹੈਗੀ ਆ ਜਿਹੜੇ ਹੈਗੇ ਨੇ ਖਿਲਾੜੀ ਉਹਨਾਂ ਨੂੰ। ਇਹ ਗੱਲ ਵੱਖਰੀ ਆ ਕਿ ਕੁਝ ਇੱਕ ਥਾਂ ਦੇ ਉੱਤੇ ਸੰਸਾਰਪੁਰ ਦੀ, ਮੈਂ ਤਾਂ ਕੱਲ ਪਰਸੋਂ ਇੱਕ ਮੈਂ ਉਹ ਸੱਜਣ ਨੂੰ ਜ਼ਰੂਰ ਮਿਲਣਾ ਵੀ ਚਾਹੂੰਗਾ ਔਰ ਉਹਨਾਂ ਨਾਲ ਗੱਲ ਵੀ ਕਰਨਾ ਚਾਹਾਂਗਾ ਟੀਵੀ ਤੇ। ਉਹਨਾਂ ਨੇ ਇੱਕ ਰੇਡੀਓ ਚੈਨਲ ਤੇ ਆ ਕੇ ਕਿਹਾ ਸੀ ਕਿ ਭਾਰਤ ਦੀ ਹਾਕੀ ਦਾ ਬੇੜਾ ਗਰਕ ਸੰਸਾਰਪੁਰ ਨੇ ਕੀਤਾ ਹੈ, ਜਦੋਂ ਕਿ ਲੋਕੀ ਬੜੇ ਮਾਣ ਨਾਲ ਕਹਿੰਦੇ ਆ ਕਿ ਸੰਸਾਰਪੁਰ ਨੇ ਬਹੁਤ ਸਾਰੇ ਖਿਲਾੜੀ ਪੈਦਾ ਕੀਤੇ ਆ। ਪਤਾ ਨਹੀਂ ਉਹ ਕਿਉਂ ਕਹਿ ਰਹੇ ਸੀਗੇ, ਉਹ ਕਿਸੇ ਮੈਂ ਰੇਡੀਓ ਤੋਂ ਉਹਨਾਂ ਨੂੰ ਸੁਣਿਆ ਸੀ ਤੇ ਟੋਰਾਂਟੋ 'ਚ ਹੀ ਰਹਿੰਦੇ ਨੇ, ਕੋਚ ਸੀਗੇ ਹਾਕੀ ਦੇ ਉਹ ਵੀ, ਤੇ ਉਹ ਕਹਿੰਦੇ ਆ ਉਹ ਆਪਣੀ ਗੱਲ ਕਰ ਰਹੇ ਸੀਗੇ। ਹੁਣ ਮੈਨੂੰ ਇਹ ਨਹੀਂ ਪਤਾ ਵੀ ਸੰਸਾਰਪੁਰ ਦਾ ਰੋਲ ਪੋਜ਼ਿਟਿਵ ਤੋਂ ਇੱਕਦਮ ਨੈਗੇਟਿਵ ਕਿਦਾਂ ਹੋ ਗਿਆ। ਇਹ ਪਤਾ ਨਹੀਂ ਜੀ, ਵੈਸੇ ਮੈਨੂੰ ਵੀ ਇਸ ਗੱਲ ਤੇ ਹੈਰਾਨੀ ਆ ਕਿ ਉਹਨੇ ਕਿਵੇਂ ਨੈਗੇਟਿਵ ਰੋਲ ਪਲੇ ਕੀਤਾ, ਇਹ ਤਾਂ ਉਹੀ ਜਵਾਬ ਦੇ ਸਕਦੇ ਆ। ਪਰ ਸੰਸਾਰਪੁਰ ਨੇ ਤਾਂ ਭਾਰਤੀ ਹਾਕੀ ਨੂੰ ਬਹੁਤ ਕੁਝ ਦਿੱਤਾ ਹੈ ਜੀ, ਜਿਹਦੇ ਵਿੱਚ
ਬੜੇ ਵੱਡੇ ਖਿਡਾਰੀ ਜਿਹੜੇ ਹੈਗੇ ਆ ਸਾਡੇ, ਮੁਖਬੈਨ ਆਪਣੇ, ਤਰਸੇਮ ਸਿੰਘ ਵਰਗੇ, ਆਪਣੇ ਜਗਜੀਤ ਸਿੰਘ ਵਰਗੇ, ਅਜੀਤਪਾਲ ਵਰਗੇ, ਔਰ ਹੋਰ ਆਪਣੇ ਓਲੰਪੀਅਨ, ਜਿਹੜਾ ਰਾਏ ਹੈਗਾ, ਗੁਰਮੇਲ ਰਾਏ, ਇਹਨੇ ਸਾਰੇ ਜਿਹੜੇ ਇੱਥੋਂ ਦੇ ਸੰਸਾਰਪੁਰ ਦੇ ਆ ਜੀ। ਤੇ ਇਸ ਕਰਕੇ ਇਹ ਕੋਈ ਇਸ ਕਿਸਮ ਦੀ ਗੱਲ ਮੈਨੂੰ ਤਾਂ ਲੱਗਦੀ ਨਹੀਂ। ਪਰ ਇੱਕ ਗੱਲ ਭਾਰਤੀ ਹਾਕੀ ਲਈ ਖੁਸ਼ਕਿਸਮਤੀ ਵਾਲੀ ਕਹਿ ਲਓ ਇਹ ਹੋਈ ਆ ਬਈ ਜਿਹੜਾ ਓਲੰਪੀਅਨ ਕੀ ਬਲਕਿ ਓਲੰਪੀਅਨ ਮੈਡਲਿਸਟ ਜਿਹੜਾ ਸੰਸਾਰ ਭਰ ਦਾ ਮੰਨਿਆ ਪ੍ਰਮੰਨਿਆ ਫੁੱਲਬੈਕ ਸੀਗਾ ਸੁਰਜੀਤ ਸਿੰਘ, ਉਹਦੇ ਨਾਂ ਦੇ ਉੱਤੇ ਜਦੋਂ 1984 ਦੇ ਵਿੱਚ ਉਹਦੀ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਅਚਾਨਕ, ਉਹਦੇ ਨਾਂ ਦੇ ਉੱਤੇ ਸੁਰਜੀਤ ਹਾਕੀ ਸੁਸਾਇਟੀ ਭਾਰਤ ਦੇ ਵਿੱਚ ਜਲੰਧਰ ਦੇ ਵਿੱਚ ਬਣੀ ਆ। ਔਰ ਉਸ ਹਾਕੀ ਸੁਸਾਇਟੀ ਨੇ ਹਾਕੀ ਦੀ ਪ੍ਰਮੋਸ਼ਨ ਦੇ ਵਿੱਚ ਬਹੁਤ ਹਿੱਸਾ ਪਾਇਆ। ਜਿੱਥੇ ਉਹ ਇੰਟਰਨੈਸ਼ਨਲ ਲੈਵਲ ਦੇ ਟੂਰਨਾਮੈਂਟ ਕਰਾਉਂਦੀ ਰਹੀ ਆ, ਉੱਥੇ ਨਾਲ ਦੀ ਨਾਲ ਉਹਨਾਂ ਨੇ ਇੱਕ ਜਿਹੜੀ ਅਕੈਡਮੀ ਸ਼ੁਰੂ ਕੀਤੀ ਹੈਗੀ ਆ। ਇਹ ਜਿਹੜੇ ਪੰਜਾਬ ਦੇ ਜ਼ਿਆਦਾ ਖਿਡਾਰੀ ਖੇਡ ਰਹੇ ਆ ਉਸ ਅਕੈਡਮੀ ਦੇ ਆ, ਔਰ ਹੁਣ ਵੀ ਉੱਥੇ ਪਨੀਰੀ ਜਿਹੜੀ ਆ ਉਹ ਤਿਆਰ ਕੀਤੀ ਜਾਂਦੀ ਆ, ਔਰ ਉਹਨੂੰ ਲਗਾਤਾਰ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਜਾ ਰਹੀ ਆ। ਸਪੋਰਟਸ ਕਾਲਜ ਦੇ ਪੁਰਾਣੇ ਵਿਦਿਆਰਥੀ ਸੁਰਿੰਦਰ ਸਿੰਘ, ਜਿਹਨੂੰ ਪਾਪਾ ਜੀ ਕਹਿੰਦੇ ਆ, ਤੇ ਇਕਬਾਲ ਸਿੰਘ ਜਿਹੜੇ PCS ਰਿਟਾਇਰ ਹੋਏ ਆ, ਉਹਨਾਂ ਨੇ ਉਹਦੀ ਜ਼ਿੰਮੇਵਾਰੀ ਸੰਭਾਲੀ ਆ। ਔਰ ਇਸ ਇੰਡੀਅਨ ਹਾਕੀ ਟੀਮ ਦੇ ਵਿੱਚ ਵੀ ਉਸ ਸੁਰਜੀਤ ਹਾਕੀ ਅਕੈਡਮੀ ਦਾ ਔਰ ਜਿਹੜਾ ਸੁਰਜੀਤ ਹਾਕੀ ਸੁਸਾਇਟੀ ਆ ਉਹਦਾ ਬਹੁਤ ਵੱਡਾ ਨਾਂ ਹੈ, ਰੋਲ ਆ। ਜੀ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ। ਔਰ ਇੱਕ ਹੋਰ ਖਬਰ ਵੀ ਪੋਜ਼ਿਟਿਵ ਆ 올림픽 ਤੋਂ। ਕਿਹਾ ਜਾ ਰਿਹਾ ਕਿ 올림픽 'ਚ ਐਰਕੀ ਇਸ ਵਾਰ ਸਭ ਤੋਂ ਵੱਡੀ ਟੀਮ 올림픽 'ਚ ਪਹਿਲੀ ਵਾਰ ਏਡੀ ਵੱਡੀ ਟੀਮ ਭਾਰਤ ਨੇ ਭੇਜੀ ਆ। ਮੈਂ ਕਿਉਂਕਿ ਸਪੋਰਟਸ ਬਹੁਤ ਜ਼ਿਆਦਾ ਮੇਰੀ ਰੁਚੀ ਨਹੀਂ ਰਹੀ ਤੇ ਮੈਨੂੰ ਇਹਦੇ ਬਾਰੇ ਕਈ ਚੀਜ਼ਾਂ ਦਾ ਨਹੀਂ ਪਤਾ। ਕਿਹਾ ਜਾਂਦਾ ਹੈ ਕਿ ਇੱਕ ਜਦੋਂ 골ਡ ਮੈਡਲ ਲੈਣਾ ਹੁੰਦਾ ਤੇ ਉਹਦੇ ਪਿੱਛੇ 20 ਸਾਲ ਦੀ ਘਾਲਣਾ ਹੁੰਦੀ ਆ ਘੱਟੋ ਘੱਟ, ਜਿਹੜੇ ਪਲੇਅਰ ਨੇ ਉਹਨਾਂ ਦੀ ਜਾਂ ਟੀਮ ਦੇ ਕੋਚ ਦੀ। ਜੀ ਹਾਂਜੀ ਜੀ ਇਹ ਬਿਲਕੁਲ ਦਰੁਸਤ ਗੱਲ ਹੈਗੀ ਹੈ। ਟੈਲੀਫੋਨ ਆਫ ਕਰ ਲਿਆ ਕਰੋ ਤੇ ਬੈਟਰ ਹੈ ਜੀ, ਇੰਨਾ ਸਮਾਂ ਨਾ ਉਹ 에어ਪੋਰਟ ਜਿਹੜਾ ਐਰੋਪਲੇਨ ਮੋਡ ਹੁੰਦਾ ਉੱਤੇ ਲਾ ਲਿਆ ਕਰੋ ਪਲੀਜ਼। ਓਕੇ ਇਹਦੇ 'ਚ ਇਹ ਜੀ ਹੈ ਕਿ ਜਿਹੜਾ 골ਡ ਮੈਡਲ ਲੈਣਾ ਹੈ ਇਹ ਕੋਈ ਸੁਖਾਲਾ ਨਹੀਂ ਹੈ। ਬੜੇ ਜਿਹੜੀ ਛੋਟੀ ਉਮਰ ਤੋਂ ਤਿਆਰੀ ਕਰਨੀ ਪੈਂਦੀ ਆ, ਬੜੀ ਮਿਹਨਤ ਕਰਨੀ ਪੈਂਦੀ ਆ। ਜਿਹੜੀ ਆਪਣੀ 골ਡ ਮੈਡਲ ਲੈ ਕੇ ਆਈ ਹੈਗੀ ਆ ਮੀਰਾਬਾਈ ਚਾਨੂ, ਉਹਦਾ ਤੁਸੀਂ ਦੇਖੋ ਕਿ ਉਹਨੂੰ ਆਪਣਾ weight ਮੇਨਟੇਨ ਰੱਖਣ ਲਈ ਕਿ 49 ਕਿਲੋ ਤੋਂ ਵੱਧ ਨਾ ਜਾਵੇ, ਉਹਨੂੰ ਭੁੱਖਿਆਂ ਵੀ ਰਹਿਣਾ ਪੈਂਦਾ ਆ, ਔਰ ਉਸ ਕਿਸਮ ਦੀ ਉਹਨੂੰ ਖੁਰਾਕ ਲੈਣੀ ਪੈਂਦੀ ਆ। ਤੇ ਉਹ ਜਿੱਦਾਂ ਜਿੱਤਣ ਤੋਂ ਬਾਅਦ ਦੱਸ ਰਹੀ ਸੀਗੀ ਕਿ ਮੈਂ ਹੁਣ ਮੈਡਲ ਲੈ ਲਿਆ ਤਾਂ ਹੁਣ ਮੈਂ ਪੀਜ਼ਾ ਖਾ ਸਕਨੀ ਆ। ਯਾਨੀ ਇਸ ਕਿਸਮ ਦੀਆਂ ਵੀ ਜਿਹੜੀਆਂ ਪ੍ਰਾਪਤੀਆਂ ਹੈ ਨਾ, ਯਾਨੀ ਸਮਝੋ ਵੀ ਘਾਲਣੀਆਂ ਪੈਂਦੀਆਂ ਆ, ਇਸ ਕਿਸਮ ਦੇ ਡਿਸਪਲਿਨ ਦੇ ਵਿੱਚ ਰਹਿਣਾ ਪੈਂਦਾ ਆ। ਸੋ ਇਹ ਜਿਹੜੀ ਹਾਕੀ ਦੀ ਗੱਲ ਆਪਾਂ ਕਰਦੇ ਹਾਂ ਜੀ, ਇਹ ਚੰਗੀ ਗੱਲ ਆ ਕਿ ਸਾਡੀ ਹਾਕੀ ਜਿਹੜੀ ਆ ਉਹ ਸੁਰਜੀਤ ਹੋਈ ਆ, ਦੁਬਾਰਾ ਮਤਲਬ ਮੈਦਾਨ ਦੇ ਵਿੱਚ ਆਈ ਆ ਤੇ ਮੈਡਲ ਦੇ ਨੇੜੇ ਪਹੁੰਚੀ ਆ। ਬਹੁਤ ਮੁਬਾਰਕ ਜੀ। ਵੈਸੇ ਕਾਲੋ ਸਾਹਿਬ ਇੰਨਾ ਵੱਡਾ ਕੰਟਰੀ, ਇੰਨੇ ਜ਼ਿਆਦਾ ਸਾਡਾ ਪਾਪੂਲੇਸ਼ਨ, ਤੇ ਇੱਕ ਗੱਲ ਤੇ ਆਪਾਂ ਸੁੱਟਦੇ ਨੇ ਹਮੇਸ਼ਾ ਕਿ ਸਰਕਾਰ ਧਿਆਨ ਨਹੀਂ ਕਰਦੀ। ਕੀ ਹੋਰ ਕੀ ਵਜ੍ਹਾ ਹੋ ਸਕਦੀਆਂ ਨੇ ਕਿ ਸਪੋਰਟਸ 'ਚ ਅਸੀਂ ਮਤਲਬ ਪਛੜੇ ਤੇ ਆਪਾਂ ਸਾਰੇ ਪਾਸਿਆਂ ਤੋਂ ਹੀ ਆ। ਮਤਲਬ ਜੇ ਅਸੀਂ ਅੱਗੇ ਆ ਤੇ 2-4 ਚੀਜ਼ਾਂ ਹੀ ਨੇ, ਕਰਪਸ਼ਨ 'ਚ ਅੱਗੇ ਆ, ਕੁਝ ਹੋਰ ਚੀਜ਼ਾਂ 'ਚ ਅੱਗੇ ਆ। ਜਿਹੜੇ ਪਛੜਾਪਣ ਆ ਉਹ ਲਗਭਗ ਬਾਕੀ ਜਿੰਨੀਆਂ ਚੀਜ਼ਾਂ ਪੋਜ਼ਿਟਿਵ ਨੇ ਉਹਨਾਂ 'ਚ ਅਸੀਂ ਪਛੜੇ ਹੋਏ ਆ, ਜਿਸ 'ਚ ਸਪੋਰਟਸ ਵੀ ਆ। ਤੇ ਕੀ ਕਾਰਨ ਆ ਕਿ ਸਾਡੀਆਂ ਸਰਕਾਰਾਂ ਦਾ ਇਹ ਧਿਆਨ ਨਹੀਂ ਹੁੰਦਾ ਜਾਂ ਕੀ ਕਾਰਨ ਹੈ? ਹਾਲਾਂਕਿ ਜਦੋਂ ਕਾਮਨਵੈਲਥ ਗੇਮ ਵਗੈਰਾ ਕਰਾਈਆਂ ਬੜਾ ਉਤਸ਼ਾਹ ਸੀਗਾ, ਉਸ ਤੋਂ ਬਾਅਦ ਉਮੀਦ ਕੀਤੀ ਜਾਂਦੀ ਸੀ ਕਿ ਕਦੀ ਨਾ ਕਦੀ ਹੋਰ 5-10 ਸਾਲ ਬਾਅਦ ਜਦੋਂ ਕਿਤੇ ਮੌਕਾ ਮਿਲੇਗਾ ਤੇ 올림픽ਸ ਵੀ ਭਾਰਤ ਵਿੱਚ ਹੋ ਸਕਦੀਆਂ ਨੇ। ਬਹੁਤ ਸਾਰੇ ਮੁਲਕਾਂ ਨੇ, ਹੁਣ ਜਾਪਾਨ ਕਰਾ ਰਿਹਾ, ਚਾਈਨਾ ਨੇ ਆਪਣਾ ਰੰਗ ਦਿਖਾਇਆ ਦੁਨੀਆ ਨੂੰ ਜਦੋਂ ਕਰਾਇਆ ਸੀ 올림픽ਸ, ਔਰ ਭਾਰਤ ਨੂੰ ਇਹ ਅਪਰਚੂਨਿਟੀ ਕਦੀ ਨਹੀਂ ਮਿਲਦੀ। ਤੇ ਭਾਰਤ ਦੀ ਸਰਕਾਰਾਂ ਵੀ ਇਹਦੇ ਵਾਸਤੇ ਸੀਰੀਅਸ ਨਹੀਂ ਆ। ਜੇ ਉਹ ਇੱਕ ਪਲਾਨ ਬਣਾਉਣ ਕਿ ਆਉਣ ਵਾਲੇ 15 ਸਾਲ 20 ਸਾਲ ਅਸੀਂ ਐਫਰਟ ਕਰਕੇ 올림픽ਸ ਵੀ ਆਪਣਾ ਨਾਂ ਬਣਾਉਣਾ, ਤੇ ਭਾਰਤ ਵਿੱਚ ਕੀ ਕੋਈ ਕਮੀ ਆ? ਸਾਡੇ ਜੁੱਸੇ ਕਮਜ਼ੋਰ ਨੇ ਜਾਂ ਸਾਡੀ ਕੋਈ ਹੋਰ ਕਮੀ ਆ? ਸਾਡੇ ਜਿਹੜਾ DNA ਉਹਦੇ ਵਿੱਚ ਕੋਈ ਕਮਜ਼ੋਰੀ ਆ ਜਾਂ ਹੋਰ ਕੀ ਵਜ੍ਹਾ ਹੋ ਸਕਦੀਆਂ ਨੇ? DNA ਦੇ ਵਿੱਚ ਗਿੱਲ ਸਾਹਿਬ ਕੋਈ ਕਮਜ਼ੋਰੀ ਨਹੀਂ ਹੈ। ਕਮਜ਼ੋਰੀ ਜਿਹੜੀ ਆ ਉਹ ਸਿਸਟਮ ਦੀ ਆ। ਮੁੱਖ ਤੌਰ ਤੇ ਜਿਹੜੀ ਖੇਡਾਂ ਦੀ ਜ਼ਿੰਮੇਵਾਰੀ ਹੁੰਦੀ ਆ ਨਾ, ਉਹ ਹੁੰਦੀ ਆ ਸਰਕਾਰਾਂ ਤੇ। ਸਰਕਾਰਾਂ ਜਿਹੜੀਆਂ ਆ ਉਹ ਜੇ ਖੇਡਾਂ ਨੂੰ ਉਤਸ਼ਾਹਿਤ ਕਰਦੀਆਂ ਆ ਤੇ ਤਾਂ ਹੀ ਜਿਹੜੀਆਂ ਖੇਡਾਂ ਅੱਗੇ ਜਾ ਸਕਦੀਆਂ।
ਹੁਣ ਸਾਡੇ ਭਾਰਤ ਦੀ ਇੱਕ ਬਦਕਿਸਮਤੀ ਇਹ ਕਹਿ ਲਓ ਕਿ ਭਾਰਤ ਨੇ ਕੀ ਕੀਤਾ, ਜਿੱਦਾਂ ਹਾਕੀ ਦੀ ਖੇਡ ਲੈ ਲਓ, ਵੀ ਇਹਦੇ ਵਿੱਚ ਵੀ ਰਿਜ਼ਰਵੇਸ਼ਨ ਕਰ ਦਿੱਤੀ ਵੀ ਇੰਨੇ ਕੁ ਖਿਡਾਰੀ ਇੱਧਰੋਂ ਲੈਣੇ ਆ, ਇੰਨੇ ਕੁ ਉੱਧਰੋਂ ਲੈਣੇ ਆ। ਔਰ ਇਸੇ ਤਰ੍ਹਾਂ ਜਿਹੜੀਆਂ ਬਾਕੀ ਟੀਮਾਂ ਬਣਦੀਆਂ ਨੇ ਉਹਨਾਂ ਦੇ ਵਿੱਚ ਵੀ ਇਸ ਕਿਸਮ ਦੀ ਗੱਲ ਹੁੰਦੀ ਆ, ਜਦੋਂ ਕਿ ਖੇਡਾਂ ਦੇ ਵਿੱਚ ਕਿਤੇ ਵੀ ਕਿਸੇ ਕਿਸਮ ਦੀ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ। ਇੱਕ ਵਾਰੀ ਸਿਰਫ ਤੇ ਸਿਰਫ ਸਿੱਖ ਕਮਿਊਨਿਟੀ ਦੇ 9 ਖਿਡਾਰੀ ਜਿਹੜੇ ਆ ਉਹ ਭਾਰਤੀ ਹਾਕੀ ਟੀਮ ਵਿੱਚ ਖੇਡਦੇ ਸੀਗੇ। 11 ਵਿੱਚੋਂ 9 ਜਿਹੜੇ ਆ ਉਹ ਇੱਕ ਕਮਿਊਨਿਟੀ ਦੇ ਸੀਗੇ। ਤੇ ਇਦਾਂ ਹੀ ਜਿਹੜੇ ਕੋਚ ਨੇ, ਸਿਆਣੇ ਪ੍ਰਬੰਧਕ ਨੇ, ਉਹ ਇਹ ਸੋਚਦੇ ਆ ਬਈ ਜਿੱਥੇ ਜਿੱਥੇ ਟੈਲੈਂਟ ਹੈ ਉਥੋਂ ਲੈਣਾ ਚਾਹੀਦਾ ਆ। ਮਸਲਨ ਹਾਕੀ ਜਿਹੜੀ ਆ ਇਹ ਪੰਜਾਬ ਦੇ ਵਿੱਚ ਬੜੀ ਪ੍ਰਫੁੱਲਤ ਰਹੀ ਆ। ਅੱਛਾ, ਮੱਧ ਪ੍ਰਦੇਸ਼ ਦੇ ਵਿੱਚ ਵੀ ਇਹਦੇ ਕੁਝ ਜਿਹੜੇ ਹੈਗੇ ਆ ਖੇਮੇ ਹੈਗੇ ਆ, ਕੁਝ ਸਾਊਥ ਇੰਡੀਆ 'ਚ ਹੈਗੇ ਆ, ਤੇ ਉਹਨਾਂ ਥਾਵਾਂ ਦੇ ਉੱਤੇ ਇਹਨਾਂ ਖੇਡਾਂ ਦੇ ਵਿੰਗ ਜਿਹੜੇ ਆ ਉਹ ਖੋਲ ਕੇ ਉੱਥੋਂ ਟੈਲੈਂਟ ਜਿਹੜਾ ਉਹ ਲੈਣਾ ਚਾਹੀਦਾ। ਤੇ ਹੁਣ ਦੇਖੋ, ਹਰਿਆਣੇ ਨੇ 2 ਖੇਡਾਂ ਜਿਹੜੀਆਂ ਮੁੱਖ ਤੌਰ ਦੇ ਉੱਤੇ ਅਡਾਪਟ ਕੀਤੀਆਂ ਉੱਥੋਂ ਦੀ ਗਵਰਨਮੈਂਟ ਨੇ, ਉੱਥੋਂ ਦੇ ਖੇਡ ਸੰਸਥਾਵਾਂ ਨੇ, ਜਿਨ੍ਹਾਂ ਵਿੱਚ ਇੱਕ ਮੁੱਕੇਬਾਜ਼ੀ ਆ, ਉਹ ਇੱਕ ਪਹਿਲਵਾਨੀ ਆ। ਔਰ ਇਹਨਾਂ ਦੋਨਾਂ ਦੇ ਵਿੱਚ ਹੀ ਉਹਨਾਂ ਨੇ ਜਿਹੜੇ ਭਾਰਤੀ ਖਿਡਾਰੀ ਹਰਿਆਣੇ ਨੇ ਪੈਦਾ ਕੀਤੇ ਆ, ਉਹਨਾਂ ਨੇ 골ਡ ਮੈਡਲ, ਉਹਨਾਂ ਨੇ ਮੈਡਲ ਲਏ ਹੈਗੇ ਓਲੰਪਿਕਸ ਦੇ ਵਿੱਚ, ਕੁਸ਼ਤੀ ਦੇ ਵਿੱਚ ਵੀ ਔਰ ਮੁੱਕੇਬਾਜ਼ੀ ਦੇ ਵਿੱਚ ਵੀ। ਇਸੇ ਹੀ ਤਰ੍ਹਾਂ ਵੱਖਰੇ ਵੱਖਰੇ ਏਰੀਏ ਜਿਹੜੇ ਹੈਗੇ ਆ, ਵੱਖਰੀਆਂ ਵੱਖਰੀਆਂ ਸਟੇਟਾਂ ਜਿਹੜੀਆਂ ਆ ਉਹ ਅਡਾਪਟ ਕਰ ਸਕਦੀਆਂ ਆ ਇਸ ਕਿਸਮ ਦੀ ਜਿਹੜੀ, ਜਿੱਦਾਂ ਹੁਣ ਸਮੁੰਦਰ ਦੇ ਨੇੜੇ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਸਵਿਮਿੰਗ ਦਿੱਤੀ ਜਾ ਸਕਦੀ ਆ, ਜਿਹੜੇ ਟਰਾਈਬਲ ਏਰੀਏ ਆ ਉਹਨਾਂ ਨੂੰ ਐਥਲੈਟਿਕਸ ਵੀ ਦਿੱਤੀ ਜਾ ਸਕਦੀ ਆ। ਔਰ ਉੜੀਸਾ ਦੇ ਟਰਾਈਬਲ ਮੁੰਡੇ ਤੇ ਕੁੜੀਆਂ ਜਿਹੜੇ ਆ ਉਹ ਹਾਕੀ ਦੇ ਵਿੱਚ ਇੰਡੀਅਨ ਟੀਮ ਦੇ ਵਿੱਚ ਕਾਫੀ ਕੰਟਰੀਬਿਊਟ ਕਰਦੇ ਰਹੇ ਆ। ਹਰਿਆਣੇ ਦੇ ਵਿੱਚ ਸ਼ਾਹਬਾਦ ਇੱਕ ਛੋਟਾ ਜਿਹਾ ਕਸਬਾ ਆ, ਉੱਥੋਂ ਬਹੁਤ ਸਾਰੇ ਖਿਡਾਰੀ ਜਿਹੜੇ ਆ ਉੱਥੋਂ ਪੈਦਾ ਕੀਤੇ। ਬਲਦੇਵ ਸਿੰਘ ਵਰਗੇ ਕੋਚ ਜਿਹੜੇ ਆ ਉਹਨਾਂ ਨੇ ਉੱਥੇ ਆਪਣੀ ਜਿਹੜੀ ਆ ਇਕਾਗਰਤਾ ਕੀਤੀ। ਸੋ ਇਸ ਤਰੀਕੇ ਨਾਲ ਇਹਦੇ 'ਚ ਗੱਲ ਗਿੱਲ ਸਾਹਿਬ ਇਹ ਆ ਵੀ ਤਰਜੀਹ ਜਿਹੜੀ ਆ ਉਹ ਫਿਕਸ ਕਰਨ ਦੀ ਗੱਲ ਹੈਗੀ ਆ ਕਿ ਸਾਡੀ ਤਰਜੀਹ ਕੀ ਹੈਗੀ ਆ। ਭਾਰਤ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਆ, ਪਹਿਲੀ ਗੱਲ ਤਾਂ ਉਹ ਖੇਡਾਂ ਦੇ ਵੱਲ ਹੈ ਨਹੀਂ ਗੀਆਂ। ਤੁਸੀਂ ਕਾਮਨਵੈਲਥ ਖੇਡਾਂ ਦੀ ਗੱਲ ਕੀਤੀ ਆ ਜਿਹੜੀਆਂ ਦਿੱਲੀ 'ਚ ਹੋਈਆਂ ਸੀਗੀਆਂ, ਉਹਨਾਂ ਦੇ ਵਿੱਚ ਮੁੜ ਕੇ ਇਨਕੁਆਇਰੀਆਂ ਹੁੰਦੀਆਂ ਸੀਗੀਆਂ ਕਿ ਜਿਹੜੇ ਸਟੇਡੀਅਮ ਬਣੇ ਜਾਂ ਹੋਰ ਇਨਫਰਾਸਟ੍ਰਕਚਰ ਬਣਿਆ ਉਹਦੇ 'ਚੋਂ ਕਿੰਨੇ ਕਿੰਨੇ ਪੈਸੇ ਕਿੰਨੇ ਕਿੰਨੇ ਖਾਦੇ। ਸੋ ਇਸ ਕਰਕੇ ਉਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਆ। ਜਿੰਨਾ ਚਿਰ ਤੁਸੀਂ ਇਹ ਠੀਕ ਕਿਹਾ ਕਿ ਸਰਕਾਰਾਂ ਕੀ ਕਰਨ, ਸਰਕਾਰਾਂ ਸਭ ਕੁਝ ਕਰ ਸਕਦੀਆਂ। ਹੁਣ ਜਿਹੜੇ ਚੀਨ ਦੇ ਖਿਡਾਰੀ ਆ ਜਿਹੜੇ ਇਸ ਵੇਲੇ ਨੰਬਰ 1 ਆ ਓਲੰਪਿਕਸ ਦੇ ਵਿੱਚ, ਇਸ ਵੇਲੇ ਸਭ ਤੋਂ ਜ਼ਿਆਦਾ ਮੈਡਲ ਚੀਨ ਦੇ ਆ, ਤੇ ਉਹ ਚੀਨ ਦੀ ਸਰਕਾਰ ਨੇ ਪ੍ਰੋਡਿਊਸ ਕੀਤੇ ਹੈਗੇ ਆ, ਉਹ ਕਿਸੇ ਨੇ ਪ੍ਰਾਈਵੇਟਲੀ ਨਹੀਂ ਕੀਤੇ ਹੈਗੇ। ਇਸ ਕਰਕੇ ਭਾਰਤ ਦੀ ਜਿੱਥੋਂ ਤੱਕ ਸਵਾਲ ਹੈਗਾ, ਭਾਰਤ ਕੋਲ ਬਹੁਤ ਸਾਰੀ ਕੁਆਂਟੀਟੀ ਆ, ਬੜੀ ਆਬਾਦੀ ਆ, ਬੜਾ ਟੈਲੈਂਟ ਵੀ ਬੜਾ ਹੈ। ਇਹ ਨਹੀਂ ਕਿ ਟੈਲੈਂਟ ਹੈ ਨਹੀਂਗਾ। ਭਾਰਤ ਦੇ ਮਿਲਖਾ ਸਿੰਘ ਜੇ ਵਰਲਡ ਰਿਕਾਰਡ ਤੋੜ ਸਕਦੇ ਆ, ਜੇ ਜਰਨੈਲ ਸਿੰਘ ਵਰਗੇ ਵਰਲਡ ਜਿਹੜੇ ਲੈਵਲ ਦੇ ਫੁੱਟਬਾਲ ਖਿਡਾਰੀ ਆ ਸਕਦੇ ਆ, ਔਰ ਨਾਲ ਦੀ ਨਾਲ ਜਿਹੜੇ ਸਾਡੀਆਂ ਹੋਰ ਗੇਮਾਂ ਹੈਗੀਆਂ, ਖਾਸ ਕਰਕੇ ਹਾਕੀ ਆ, ਜੇ ਉਹਨਾਂ ਵਿੱਚ ਅਸੀਂ ਵਰਲਡ ਲੈਵਲ ਤੇ ਜਾ ਸਕਦੇ ਆ, ਤਾਂ ਇਹ ਬਾਕੀ ਵੀ ਕੋਈ ਆਪਣੇ ਕੋਲ ਘਾਟਾ ਨਹੀਂ ਹੈ। ਘਾਟਾ ਜੇ ਹੈ ਤਾਂ ਸਿਰਫ ਉਹ ਇੱਕ ਪ੍ਰਬੰਧ ਦਾ ਘਾਟਾ ਆ, ਤੇ ਦੂਜਾ ਅਸੀਂ ਕੋਈ ਸਿਸਟਮ ਨਹੀਂ ਡਿਵੈਲਪ ਕਰ ਸਕੇ। ਇਹ ਘਾਟੇ ਜਿਹੜੇ ਆ ਉਹ ਸਾਡੀਆਂ ਖੇਡਾਂ ਦੇ ਵਿੱਚ ਆਉਂਦੇ ਆ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਮੈਂ ਇੱਕ ਸਪੋਰਟਸ ਸੰਸਥਾ ਦੇ ਵਿੱਚ ਤੋਂ ਰਿਟਾਇਰ ਹੋਇਆ ਹੈਗਾ। ਉਹਦੇ ਵਿੱਚ ਜਿਹੜੇ ਖਿਡਾਰੀਆਂ ਨੂੰ ਪੈਸੇ ਮਿਲਦੇ ਸੀਗੇ ਉਹਨਾਂ ਦੀ ਖੁਰਾਕ ਵਾਸਤੇ, ਉਹਨਾਂ ਦੇ ਵਿੱਚੋਂ ਵੀ ਮਤਲਬ ਉਹਨਾਂ ਨੂੰ ਪੂਰੀ ਖੁਰਾਕ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਸੀਗੀ। ਤੇ ਇਸ ਤਰੀਕੇ ਨਾਲ ਕਿੱਥੇ ਤਾਂ ਇਹ ਆ ਕਿ ਬਈ ਲੋਕ ਡੋਨੇਟ ਕਰਦੇ ਆ ਕਿ ਅਸੀਂ ਸਪੋਰਟਸ ਲਈ ਇਹ ਦਾਨ ਦਿੰਦੇ ਆ, ਕਿੱਥੇ ਇਹ ਆ ਕਿ ਦਿੱਤੀ ਹੋਈ ਜਿਹੜੀ ਸਰਕਾਰ ਜਿਹੜੀ ਖੁਰਾਕ ਆ ਉਹ ਵੀ ਪੂਰੀ ਖਿਡਾਰੀਆਂ ਨੂੰ ਜੇ ਨਹੀਂ ਮਿਲਣੀ, ਤਾਂ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਉਹ ਮੇਰਾ ਖਿਆਲ ਹੈ ਵੀ ਭਾਰਤ ਦੀਆਂ ਖੇਡਾਂ ਦੇ ਪਿੱਛੇ ਜਾਣ ਦਾ ਕਾਰਨ ਆ। ਨਹੀਂ ਤਾਂ ਸਾਡੇ ਕੋਲ ਬੜੇ ਸੋਹਣੇ ਮੌਸਮ ਨੇ, ਸਾਡੇ ਕੋਲ ਬੜੇ ਵਧੀਆ ਸਟੇਡੀਅਮ ਵੀ ਨੇ, ਬੜੇ ਵਧੀਆ ਕੋਚ ਵੀ ਨੇ, ਬੜਾ ਵਧੀਆ ਟੈਲੈਂਟ ਵੀ ਹੈ, ਤੇ ਲੋੜ ਜਿਹੜੀ ਆ ਉਹ ਨੀਤ ਔਰ ਨੀਤੀ ਦੀ ਆ ਜੀ। ਕਿਤੇ ਕਿਤੇ ਸਾਡੇ ਜਿਹੜੇ ਮੁਲਕ ਦੇ ਵਿੱਚ ਜਿਹਨੂੰ ਅਸੀਂ ਡੈਮੋਕ੍ਰੈਟਿਕ ਵੈਲਿਊਜ਼ ਕਹਿੰਦੇ ਆ,
ਉਹ ਵੈਲਿਊਜ਼ ਵੀ ਮੇਰੇ ਖਿਆਲ ਜੁੜ ਗਈਆਂ ਨੇ ਸਾਡੇ ਧਰਮਾਂ ਨਾਲ, ਸਟੇਟਾਂ ਨਾਲ, ਬੋਲੀ ਨਾਲ ਤੇ ਫਿਰਕਿਆਂ ਨਾਲ। ਤੇ ਇਸ ਕਰਕੇ ਵੀ ਕਈ ਵਾਰ ਇਦਾਂ ਲੱਗਦਾ ਹੈ ਕਿ ਟੀਮਾਂ ਨਹੀਂ ਬਣਾਈਆਂ ਜਾਂਦੀਆਂ ਜੇ ਬਾਜ਼ਾਰ ਨੂੰ ਛੱਡ ਦਈਏ। ਜਿਹੜੀ ਮਤਲਬ ਕ੍ਰਿਕਟ ਦੀ ਟੀਮ ਆ ਉਹ ਤੇ ਬਾਜ਼ਾਰ ਦਾ ਇੱਕ ਹਿੱਸਾ ਹੋ ਗਈ ਨਾ ਜੀ, ਉਹ 'ਚ ਬਹੁਤ ਅਰਨਿੰਗ ਹੁੰਦੀ ਆ, ਬਹੁਤ ਕੁਝ ਹੋ ਰਿਹਾ। ਜੇ ਬਾਕੀ ਟੀਮਾਂ ਦੀ ਗੱਲ ਕਰੀਏ ਤੇ ਇਦਾਂ ਲੱਗਦਾ ਆ ਕਿ ਉਹਨਾਂ ਨੇ ਜਿਹੜਾ ਟੈਲੈਂਟ ਆ ਉਹਨੂੰ ਪਿੱਛੇ ਛੱਡ ਕੇ ਤੇ ਕਈ ਵਾਰ ਜਿੱਦਾਂ ਪਾਰਲੀਮੈਂਟ ਚੁਣੀ ਜਾਂਦੀ ਆ, ਇਸ ਤਰੀਕੇ ਦੀ ਸਿਆਸਤ ਵੀ ਕਿਤੇ ਨਾ ਕਿਤੇ ਕੰਮ ਕਰਦੀ ਆ ਕਿ ਫਲਾਣੀ ਸਟੇਟ ਦੀ ਰਿਪਰੈਜ਼ੈਂਟੇਸ਼ਨ ਹੋਣੀ ਜ਼ਰੂਰੀ ਆ, ਪਲੇਅਰ ਭਾਵੇਂ ਉਹਨਾਂ ਦਾ ਕਮਜ਼ੋਰ ਵੀ ਹੋਵੇ। ਇਹ ਵੀ ਇੱਕ ਜਿਹੜੀ ਉਹਨਾਂ ਦੀ ਚੋਣ ਪ੍ਰਕਿਰਿਆ ਆ, ਇਹ ਵੀ ਕਿਤੇ ਨਾ ਕਿਤੇ ਤੁਸੀਂ ਕਿਉਂਕਿ ਸਪੋਰਟਸ ਕਾਲਜ 'ਚ ਰਹੇ ਹੋ, ਥਰਡ ਲੈਵਲ ਤੋਂ ਇਹ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ। ਆਪਣੇ ਰਿਸ਼ਤੇਦਾਰਾਂ ਨੂੰ ਪਾਉਣਾ, ਜੇ ਕੋਈ ਕੋਚ ਹੈ ਤੇ ਉਹ ਆਪਣੇ ਕਿਸੇ ਨਾ ਕਿਸੇ ਨੋਨ ਬੰਦੇ ਨੂੰ ਵਿੱਚ ਵਾੜਦਾ ਟੀਮ ਦੇ, ਮਤਲਬ ਗਰਾਊਂਡ ਤੋਂ ਹੀ ਸ਼ੁਰੂ ਹੋ ਜਾਂਦੀਆਂ ਤੇ ਉੱਪਰ ਤੱਕ ਜਿਹੜੀ ਚੋਣ ਕਰਨ ਵਾਲੀ ਪ੍ਰਕਿਰਿਆ ਉਹਦੇ ਤੱਕ ਇਹ ਚੀਜ਼ਾਂ ਚੱਲਦੀਆਂ ਨੇ। ਇਹ ਵੀ ਇੱਕ ਵੱਡਾ ਘਾਟ ਨਹੀਂ ਤੁਹਾਨੂੰ ਕਿਤੇ ਨਜ਼ਰ ਆਉਂਦੀ? ਮੈਂ ਗਿੱਲ ਸਾਹਿਬ ਪਹਿਲਾਂ ਇੱਕ ਹਿੰਟ ਦਿੱਤਾ ਸੀਗਾ ਜਦੋਂ ਮੈਂ ਇਹ ਕਿਹਾ ਸੀਗਾ ਕਿ ਸਾਰੇ ਭਾਰਤ ਦੀ ਜਿਹੜੀ ਟੀਮ ਬਣਨੀ ਆ ਉਹਦੇ 'ਚ ਭਾਰਤ ਦੇ ਟੌਪ ਦੇ ਖਿਡਾਰੀ ਆਉਣੇ ਚਾਹੀਦੇ ਆ, ਟੈਲੈਂਟ ਆਉਣਾ ਚਾਹੀਦਾ। ਜਿਹਦੀ ਮੈਂ ਐਗਜ਼ਾਮਪਲ ਇਹ ਦਿੱਤੀ ਆ ਵੀ ਇੱਕ ਵੇਲੇ ਜੂੜੇ ਵਾਲੇ ਹੀ 11 ਵਿੱਚੋਂ 9 ਖਿਡਾਰੀ ਸੀਗੇ ਤੇ ਉਹ ਸ਼ਾਇਦ ਹੈ ਵੀ ਇੱਕੋ ਹੀ ਪਿੰਡ ਦੇ ਸੀਗੇ, ਇਟ ਇਜ਼ ਟੂ ਬੀ ਕਨਫਰਮਡ, ਪਰ ਉਹ ਇੱਕ ਕਮਿਊਨਿਟੀ ਤੇ ਇੱਕ ਸੂਬੇ ਦੇ ਜ਼ਰੂਰ ਸੀਗੇ। ਈਵਨ ਉਹ ਇੱਕ ਪਿੰਡ ਦੇ ਵੀ ਹੋ ਸਕਦੇ ਆ। ਤੇ ਜਦੋਂ ਇਹ ਗੱਲ ਆ ਗਈ ਕਿ ਬਈ ਫਲਾਣੇ ਸੂਬੇ 'ਚੋਂ ਵੀ ਖਿਡਾਰੀ ਲੈਣੇ ਆ, ਫਲਾਣੇ ਸੂਬੇ 'ਚੋਂ ਵੀ ਲੈਣੇ ਆ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੀ ਮੈਂ ਸਪੋਰਟ ਕਰ ਰਿਹਾ ਆ, ਇਹ ਇੱਕ ਵੱਡਾ ਕਾਰਨ ਆ। ਔਰ ਸਿਲੈਕਸ਼ਨ ਦੇ ਵਿੱਚ ਵੀ ਜਦੋਂ ਇਸ ਕਿਸਮ ਦੀਆਂ ਗੱਲਾਂ ਆਉਂਦੀਆਂ ਆ, ਇਹ ਫੈਕਟ ਨੇ ਕਿ ਛੋਟੇ ਪੱਧਰ ਤੋਂ ਵੱਡੇ ਪੱਧਰ ਤੱਕ ਜਿਹੜੇ ਖਿਡਾਰੀ ਆ ਉਹਨਾਂ ਦੀ ਚੋਣ ਦੇ ਵਿੱਚ ਕਾਣ ਹੁੰਦੀ ਹੈਗੀ ਆ। ਕੋਈ ਪ੍ਰਬੰਧਕ ਜਿਹੜੇ ਆ ਉਹ ਆਪਣੇ ਖਿਡਾਰੀ ਪਾਉਣੇ ਚਾਹੁੰਦੇ ਆ ਆਊਟ ਆਫ ਦਾ ਵੇ, ਕੁਝ ਜਿਹੜੇ ਕੋਚ ਆ ਉਹ ਵੀ ਕਈ ਵਾਰੀ ਪਾ ਲੈਂਦੇ ਆ, ਕੋਈ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਕਈ ਵਾਰੀ ਪ੍ਰੈਸ ਕਰਦੀਆਂ ਹੈਗੀਆਂ, ਤਾਂ ਉਹਦੇ ਨਾਲ ਟੀਮਾਂ ਦਾ ਜਿਹੜਾ ਉਹ ਨੁਕਸਾਨ ਹੁੰਦਾ ਆ। ਇਹਦੇ ਕਰਕੇ ਇਹ ਬਿਲਕੁਲ ਸਹੀ ਗੱਲ ਹੈਗੀ ਆ ਕਿ ਹੁਣ ਚੀਨ ਜਿਹੜਾ ਆ, ਅਸੀਂ ਬਾਰ-ਬਾਰ ਚੀਨ ਦੀ ਗੱਲ ਕਰਦੇ ਆ ਕਿ ਉਹਨਾਂ ਦੇ ਖਿਡਾਰੀ ਜਿਹੜੇ ਹੈਗੇ ਆ ਉਹ ਸਿਰੇ ਤੱਕ ਕਿਉਂ ਪਹੁੰਚਦੇ ਆ। ਉਹ ਕਿਸੇ ਕੱਚੇ ਪਿੱਲੇ ਖਿਡਾਰੀ ਨੂੰ ਮੈਦਾਨ ਦੇ ਵਿੱਚ ਨਹੀਂ ਉਤਾਰਦੇ। ਉਹ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਹੁੰਦੀਆਂ, ਔਰ ਉਹਨਾਂ ਕੋਲ ਜੇ ਮੰਨ ਲਓ ਉਹਨਾਂ ਨੇ ਜਿਮਨਾਸਟਿਕ ਦੇ ਵਿੱਚ 10 ਖਿਡਾਰੀ ਭੇਜਣੇ ਆ ਨਾ, ਤੇ ਉਹਨਾਂ ਕੋਲ 40 ਖਿਡਾਰੀ ਤਿਆਰ ਨੇ। ਜੇ ਇੱਕ ਦੀ ਕੋਈ ਪ੍ਰੋਬਲਮ ਆਉਂਦੀ ਆ ਉਹਦੇ ਮਗਰ 3 ਹੋਰ ਨੇ। ਸੋ ਉਹਨਾਂ ਨੇ ਜਿਹੜੀ ਪਨੀਰੀ ਆ ਉਹ ਇਸ ਤਰੀਕੇ ਨਾਲ ਤਿਆਰ ਕੀਤੀ ਹੁੰਦੀ ਆ। ਔਰ ਉਹਨਾਂ ਨੇ ਜਦੋਂ ਖੇਡਾਂ 'ਚ ਹਿੱਸਾ ਲੈਣਾ ਸ਼ੁਰੂ ਕੀਤਾ ਚੀਨ ਨੇ, ਤੇ ਉਹਨਾਂ ਨੇ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੱਤਾ। ਅੱਜ ਵੀ ਤੁਸੀਂ ਦੇਖ ਲਓ, ਜਿਵੇਂ ਮੈਂ ਪਹਿਲਾਂ ਦੱਸਿਆ ਆ ਬਈ ਖੇਡਾਂ ਭਾਵੇਂ ਜਾਪਾਨ 'ਚ ਹੋ ਰਹੀਆਂ ਆ ਤੇ ਉਹਦੇ ਵਿੱਚ ਜਿਹੜਾ ਯੂਨਾਈਟਿਡ ਸਟੇਟਸ ਆ, ਅਮਰੀਕਾ, ਉਹ ਵੱਡੀ ਪਾਵਰ ਆ, ਉਹ ਵੀ ਪਾਰਟਿਸਿਪੇਟ ਕਰ ਰਿਹਾ ਆ। ਪਰ ਸਭ ਤੋਂ ਉੱਪਰ ਟੈਲੀ ਦੇ ਵਿੱਚ, ਮੈਡਲ ਟੈਲੀ ਦੇ ਵਿੱਚ ਚੀਨ ਆ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹ ਆ ਕਿ ਉੱਥੇ ਕੋਈ ਇਸ ਕਿਸਮ ਦੀ ਜਿਹੜੀ ਕਿਸੇ ਦੀ ਤਰਫਦਾਰੀ ਆ ਉਹ ਨਹੀਂ ਕਰ ਸਕਦਾ, ਤੇ ਤਰਫਦਾਰੀ ਨਾ ਕਰਨ ਕਰਕੇ ਜਿਹੜੇ ਟੈਲੈਂਟ ਵਾਲੇ ਖਿਡਾਰੀ ਆ, ਜਿਹੜੇ ਯੋਗ ਖਿਡਾਰੀ ਆ, ਉਹੀ ਅੱਗੇ ਆਉਂਦੇ ਆ। ਤੇ ਇਹ ਨੀਤੀ ਜੇ ਭਾਰਤ ਵਿੱਚ ਅਪਣਾਈ ਜਾਵੇ ਤਾਂ ਮੈਂ ਰਿਪੀਟ ਕਰ ਰਿਹਾ ਬਈ ਭਾਰਤ ਕੋਲ ਬਹੁਤ ਟੈਲੈਂਟ ਆ, ਉਹਦੇ ਕੋਲ ਬਹੁਤ ਵਧੀਆ ਕੋਚ ਨੇ, ਬਹੁਤ ਵਧੀਆ ਮੌਸਮ ਨੇ, ਬੜੇ ਵਧੀਆ ਸਟੇਡੀਅਮ ਨੇ, ਤੇ ਜੇ ਨੀਤ ਸਾਫ਼ ਹੋਵੇ ਤੇ ਨੀਤੀ ਚੰਗੀ ਹੋਵੇ ਤਾਂ ਭਾਰਤ ਕਿਸੇ ਨਾਲੋਂ ਘੱਟ ਨਹੀਂ ਹੈ। ਤੁਸੀਂ ਇਹ ਦੇਖੋ ਕਿ ਚੱਕਰ ਪਿੰਡ ਦੀ ਇੱਕ ਕੁੜੀ ਜਿਹੜੀ ਆ ਉਹ ਬਾਕਸਿੰਗ ਦੇ ਵਿੱਚ ਉਹ ਅੱਜ ਆਪਣਾ ਮੈਚ ਭਾਵੇਂ ਹਾਰ ਗਈ ਆ, ਪਰ ਉਹਨੇ ਇੰਨੀ ਦਲੇਰੀ ਨਾਲ ਫਾਈਟ ਕੀਤਾ ਹੈਗਾ। ਔਰ ਇੱਕ ਪਿੰਡ ਦੀ ਕੁੜੀ ਆ, ਉਹ ਚੱਕਰ ਇੱਕ ਪਿੰਡ ਆ ਮਤਲਬ ਢੁੱਡੀਕੇ ਦੇ ਲਾਗੇ, ਤੇ ਉਹਨੂੰ ਹਲਾਸ਼ੇਰੀ ਦਿੱਤੀ। ਉੱਥੇ ਪਿੰਡ ਦੇ ਵਿੱਚ ਉਹਨਾਂ ਨੇ ਕਲਚਰ ਪੈਦਾ ਕੀਤਾ ਹੈਗਾ। ਔਰ ਪਿੰਡ ਦੀ ਇੱਕ ਕੁੜੀ ਜਿਹੜੀ ਹੈਗੀ ਆ ਉਹ ਬਾਪ ਵੀ ਹੁਣੀ ਆ, ਉਹਦਾ ਦਾਦਾ ਜਿਹੜਾ ਉਹ ਅੱਤਵਾਦੀਆਂ ਨੇ ਮਾਰ ਦਿੱਤਾ ਸੀਗਾ, ਉਹ ਰਾਈਟਰ ਸੀਗਾ। ਔਰ ਉਹ ਬਾਪ ਵੀ ਹੁਣੀ ਕੁੜੀ ਜਿਹੜੀ ਆ ਉਹ ਦੇਖੋ ਆਪਣੀ ਮਿਹਨਤ ਨਾਲ, ਆਪਣੇ ਟੈਲੈਂਟ ਨਾਲ, ਕੋਚਿੰਗ ਨਾਲ, ਪਿੰਡ ਦੇ ਜਿਹੜੇ ਉੱਥੇ ਇਨਫਰਾਸਟ੍ਰਕਚਰ ਆ ਉੱਥੋਂ ਤੁਰ ਕੇ ਤੇ ਉਹ ਓਲੰਪਿਕਸ ਦੇ ਵਿੱਚ ਐਡੀ ਵਧੀਆ ਪਰਫਾਰਮੈਂਸ ਦੇ ਕੇ ਗਈ ਆ। ਤੇ ਬਾਕੀ ਜਿਹੜੀਆਂ ਕੁੜੀਆਂ ਆ ਪੰਜਾਬ ਦੀਆਂ, ਪੰਜਾਬ ਦੇ ਮੁੰਡੇ ਆ, ਭਾਰਤ ਦੇ ਮੁੰਡੇ ਕੁੜੀਆਂ ਆ, ਉਹਨਾਂ ਕੋਲ ਵੀ ਸਾਰਾ ਕੁਝ ਹੈ, ਸਿਰਫ ਤੇ ਸਿਰਫ ਇੱਕ ਸਿਸਟਮ ਨਹੀਂ ਹੈ। ਸੋ ਇਸ ਕਰਕੇ ਭਾਰਤ ਜਿਹੜਾ ਉਹ ਮਾਰ ਖਾਂਦਾ ਆ, ਬਾਕੀ ਕਿਸੇ ਗੱਲੋਂ ਘੱਟ ਨਹੀਂ।
ਬਿਲਕੁਲ। ਔਰ ਇੱਕ ਹੋਰ ਜਿਹੜੀ ਆ ਇੱਕ ਖੁਸ਼ਖਬਰੀ ਇਹ ਵੀ ਹੈ ਇਸ ਵਾਰ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਸ ਟੀਮ 'ਚ 9 ਖਿਡਾਰੀ ਸੀ ਜਦੋਂ 올림픽 ਜਿੱਤਦੇ ਰਹੇ ਅਸੀਂ, ਇਸ ਵਾਰ ਵੀ ਪੰਜਾਬ ਦੇ 7 ਖਿਡਾਰੀ ਨੇ। ਤੇ ਇਹ ਕਿਤੇ ਲੱਗਦਾ ਹੈ ਕਿ ਪੰਜਾਬੀਆਂ ਦੇ ਜਿਵੇਂ ਇੱਕ ਮਤਲਬ ਰੀਝ ਆ ਹਾਕੀ, ਫੀਲਡ ਹਾਕੀ ਦੇ ਵਿੱਚ ਖੇਡਣ ਦੀ, ਜੇ ਉਹਨਾਂ ਨੂੰ ਟੈਕਨੀਕ ਤੇ ਬਾਕੀ ਚੀਜ਼ਾਂ ਦਾ ਸਹਾਰਾ ਮਿਲੇ, ਜਿਸ ਤਰ੍ਹਾਂ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਸਰਕਾਰ ਉਹਨੂੰ ਸਪੋਰਟ ਕਰੇ ਤੇ ਇਨਫਰਾਸਟ੍ਰਕਚਰ ਡਿਵੈਲਪ ਕਰੇ। ਮੈਨੂੰ ਲੱਗਦਾ ਹੈ ਕਿ ਜਿਹੜੀਆਂ ਸਟਾਰਟਅਪ ਵਗੈਰਾ, ਇੱਕ ਤੇ ਪ੍ਰੋਫੈਸਰ ਸਾਹਿਬ ਚੇਂਜ ਬਹੁਤ ਹੋਈਆਂ ਹਾਕੀ ਦੀ ਟੈਕਨੀਕ ਦੇ ਵਿੱਚ। ਜਿਹੜਾ ਸਟਾਈਲ ਏਸ਼ੀਅਨ ਸਟਾਈਲ ਹਾਕੀ ਦਾ ਸੀਗਾ ਜਾਂ ਭਾਰਤ ਪਾਕਿਸਤਾਨ ਦਾ ਸੀਗਾ, ਡਰਿਬਲਿੰਗ ਕਰਕੇ ਨੇੜੇ ਨੇੜੇ ਪਾਸ ਦੇ ਕੇ ਅੱਗੇ ਵਧਣ ਵਾਲਾ, ਉਹ ਇੱਕਦਮ ਬਦਲ ਗਿਆ। ਹੁਣ ਲੰਬੇ ਪਾਸ ਤੇ ਦੌੜ ਲਾਉਣ ਵਾਲੀ ਗੇਮ ਸ਼ੁਰੂ ਹੋ ਗਈ। ਤੇ ਉਸ ਗੱਲ ਤੋਂ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਾਡੇ ਖਿਡਾਰੀ ਜਿਹੜੇ ਆ ਉਹ ਸਟੈਮਿਨੇ ਦੇ ਪੱਖ ਤੋਂ ਜਿਹੜੇ ਆ ਕਿਤੇ ਉਹ ਕਮਜ਼ੋਰੀ ਨਜ਼ਰ ਆ ਜਾਂਦੀ ਆ। ਇਹ ਗਿੱਲ ਸਾਹਿਬ ਤੁਸੀਂ ਠੀਕ ਨੁਕਤਾ ਉਠਾਇਆ ਹੈਗਾ, ਕਿਉਂਕਿ ਹਾਕੀ ਦੇ ਵਿੱਚ ਏਸ਼ੀਆ ਦੀ ਸਰਦਾਰੀ ਰਹੀ ਆ। ਕਿਉਂਕਿ ਪਾਕਿਸਤਾਨ ਤੇ ਇੰਡੀਆ ਕਿਸੇ ਵੇਲੇ ਇੱਕੋ ਹੀ ਮੁਲਕ ਸੀਗਾ, ਤੇ ਜੇ 2 ਟੀਮਾਂ ਵੀ ਬਣੀਆਂ ਤਾਂ ਦੋਨੇ ਟੀਮਾਂ ਵਰਲਡ ਲੈਵਲ ਦੀਆਂ ਬਣੀਆਂ ਜੀ। ਤਾਂ ਜਿਹੜਾ ਏਸ਼ੀਅਨ ਸਟਾਈਲ ਸੀਗਾ ਹਾਕੀ ਦਾ, ਉਹ ਸੀਗੀ ਆਰਟਿਸਟਿਕ ਹਾਕੀ, ਕਿ ਉਹ ਜਿਹੜਾ ਖਿਡਾਰੀ ਆ ਉਹ ਡਰਿਬਲਿੰਗ ਕਰਕੇ ਲਿਜਾਂਦਾ ਆ, ਔਰ ਵੇਖਣ ਨੂੰ ਕਿੰਨਾ ਸੋਹਣਾ ਲੱਗਦਾ ਆ ਕਿ ਕਿਸ ਤਰੀਕੇ ਨਾਲ ਇਹ ਬਾਲ ਨੂੰ ਕੰਟਰੋਲ ਕਰ ਲਿਆ ਤੇ ਨਾਲ ਦੌੜ ਰਿਹਾ, ਨਾਲ ਲਿਜਾ ਰਿਹਾ। ਤੇ ਇਹਦੇ ਵਿੱਚ ਛੋਟੇ ਛੋਟੇ ਪਾਸ ਦੇ ਕੇ ਉਹ ਅੱਗੇ ਵੱਧਦੇ ਆ। ਇਹ ਜਿਹੜਾ ਸਟਾਈਲ ਹੈਗਾ ਇਹ ਯੂਰਪ ਵਾਲਿਆਂ ਕੋਲ ਹੈ ਨਹੀਂ ਸੀਗਾ। ਯੂਰਪ ਵਾਲਿਆਂ ਨੇ ਕਿਹਾ ਵੀ ਅਸੀਂ ਇਹ ਸਟਾਈਲ ਤਾਂ ਅਡਾਪਟ ਨਹੀਂ ਕਰ ਸਕਦੇ, ਇਹ ਕਲਾ ਜਿਹੜੀ ਆ ਇਹ ਭਾਰਤੀਆਂ ਕੋਲ ਪੁਰਾਣੀ ਆ, ਧਿਆਨ ਚੰਦ ਹੁਣਾਂ ਦੇ ਵੇਲੇ ਤੋਂ ਸ਼ੁਰੂ ਹੋਈ ਹੈਗੀ ਆ, ਤੇ ਅਸੀਂ ਇਸ ਕਲਾ ਦੇ ਵਿੱਚ ਭਾਰਤੀਆਂ ਨੂੰ ਜਾਂ ਏਸ਼ੀਅਨਜ਼ ਨੂੰ ਮਾਤ ਨਹੀਂ ਦੇ ਸਕਦੇ। ਉਹਨਾਂ ਨੇ ਫਿਰ ਨਿਯਮ ਬਦਲੇ, ਤੇ ਜਿਹੜੇ ਨਿਯਮ ਬਦਲੇ ਆ ਉਹਨਾਂ ਨੇ ਉਹ ਯੂਰਪੀਅਨ ਸਟਾਈਲ ਦੇ ਹੱਕ ਦੇ ਵਿੱਚ ਨੇ। ਜਿੱਦਾਂ ਤੁਸੀਂ ਲੰਮੇ ਪਾਸਾਂ ਦੀ ਗੱਲ ਕੀਤੀ ਆ, ਹੋਰ ਵੀ ਜਿਹੜੇ ਫਾਉਲ ਵਗੈਰਾ ਵੀ ਦੇਣ ਦੀ ਗੱਲ ਕੀਤੀ ਹੈਗੀ ਆ, ਉਹਦੇ ਵਿੱਚ ਵੀ ਇਹ ਪੈਨਲਟੀ ਕਾਰਨਰ ਦੇ ਰੂਲ ਵੀ ਜਿਹੜੇ ਆ ਉਹ ਚੇਂਜ ਹੋਏ ਹੈਗੇ ਆ। ਸੋ ਇਹ ਯੂਰਪ ਦੀਆਂ ਜਿਹੜੀਆਂ ਟੀਮਾਂ ਸੀਗੀਆਂ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਇਹ ਸਟਾਈਲ ਤਾਂ ਅਸੀਂ ਅਡਾਪਟ ਨਹੀਂ ਕਰ ਸਕਦੇ, ਪਰੰਤੂ ਅਸੀਂ ਰੂਲ ਚੇਂਜ ਕਰਨ ਦੇ ਲਈ ਆਪਾਂ ਕੋਸ਼ਿਸ਼ ਕਰ ਸਕਦੇ ਹਾਂ। ਔਰ ਇਹ ਰੂਲ ਜਿਹੜੇ ਆ ਉਹ ਚੇਂਜ ਹੋਏ ਆ। ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਕਿ ਜਿੰਨੀ ਖੁਰਾਕ ਦੂਸਰੇ ਦੇਸ਼ਾਂ ਦੇ, ਖਾਸ ਕਰਕੇ ਯੂਰਪੀਅਨ ਦੇਸ਼ਾਂ ਦੇ ਖਿਡਾਰੀਆਂ ਨੂੰ ਮਿਲਦੀ ਆ, ਉਹਦੇ ਮੁਕਾਬਲੇ ਦੇ ਉੱਤੇ ਭਾਰਤ ਦੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਉਹ ਕੁਝ ਨਹੀਂ ਮਿਲਦਾ। ਮੈਨੂੰ ਯਾਦ ਆ ਕਿ 올림픽ਸ ਦੇ ਵਿੱਚ ਕਿਸੇ ਵੇਲੇ ਜਦੋਂ ਖੇਡਦੇ ਸੀਗੇ ਪ੍ਰਗਟ ਸਿੰਘ ਹੁਣੀ, ਤਾਂ ਉਹ ਕਹਿੰਦੇ ਵੀ ਅਸੀਂ ਜਦੋਂ ਟੀਮ ਦੇ ਬਰਾਬਰ ਖੜਦੇ ਆ ਨਾ, ਜਦੋਂ ਇੰਟਰੋਡਕਸ਼ਨ ਹੁੰਦੀ ਆ ਟੀਮਾਂ ਬਰਾਬਰ ਖੜੀਆਂ ਹੁੰਦੀਆਂ, ਤੇ ਉਹ ਕਹਿੰਦੇ ਵੀ ਸਾਡੇ ਜਿਹੜੇ ਬਹੁਤੇ ਖਿਡਾਰੀ ਆ ਉਹ ਇਸ ਗੱਲੋਂ ਹੀ ਨਮੋਸ਼ੀ ਮੰਨਦੇ ਆ ਵੀ ਅਗਲੇ ਬੰਨੇ ਜਿਹੜੀ ਟੀਮ ਹੁੰਦੀ ਆ ਉਹਨਾਂ ਦੀ ਕਿੱਟ ਜਿਹੜੀ ਉਹਨਾਂ ਨੇ ਨਿੱਕਰ ਤੇ ਟੀ-ਸ਼ਰਟ ਪਾਈ ਹੁੰਦੀ ਆ, ਉਹਦੇ ਮੁਕਾਬਲੇ ਤੇ ਜਿਹੜੀ ਸਾਡੀ ਟੀ-ਸ਼ਰਟ ਤੇ ਨਿੱਕਰ ਹੈਗੀ ਆ, ਯਾਨੀ ਜਿਹੜੀ ਸਾਡੀ ਕਿੱਟ ਹੈਗੀ ਆ, ਯੂਨੀਫਾਰਮ ਆ, ਉਹ ਇੰਨੀ ਨੀਵੇਂ ਪੱਧਰ ਦੀ ਹੁੰਦੀ ਆ ਵੀ ਸਾਡੇ 'ਚ ਕੰਪਲੈਕਸ ਆ ਜਾਂਦਾ। ਔਰ ਇੱਕ ਵਾਰੀ ਪ੍ਰਗਟ ਸਿੰਘ ਹੁਣੀ ਕਹਿੰਦੇ ਵੀ ਉਹਨਾਂ ਨੂੰ ਕਿਸੇ ਨੇ ਖਿਡਾਰੀ ਨੇ ਪੁੱਛਿਆ, ਮਤਲਬ ਦੂਜੇ ਦੇਸ਼ ਦੇ ਖਿਡਾਰੀ ਨੇ, ਵੀ ਤੁਹਾਡੀ ਖੁਰਾਕ ਕੀ ਹੈ ਤੁਹਾਡੇ ਖਿਡਾਰੀਆਂ ਦੀ, ਤੇ ਉਹ ਬੜਾ ਹੈਰਾਨ ਹੋਇਆ, ਕਹਿੰਦਾ ਵੀ ਇੰਨੀ ਖੁਰਾਕ ਤਾਂ ਸਾਡੇ ਆਮ ਬੰਦਿਆਂ ਦੀ ਵੀ ਉਦੋਂ ਜ਼ਿਆਦਾ ਹੈਗੀ ਆ, ਵੀ ਤੁਸੀਂ ਧੰਨ ਹੋ ਜਿਹੜੀ ਇੰਨੀ ਖੁਰਾਕ ਖਾ ਕੇ ਵੀ ਇੰਨੇ ਵਧੀਆ ਖੇਡ ਜਾਂਦੇ ਹੋ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਆ ਜਿਨ੍ਹਾਂ ਕਰਕੇ ਅਸੀਂ ਪਿੱਛੇ ਆ, ਖਾਸ ਕਰਕੇ ਸਪੋਰਟਸ ਦੇ ਵਿੱਚ, ਤੇ ਗਾਂ ਸਪੋਰਟਸ ਦੇ ਵਿੱਚੋਂ ਵੀ ਹਾਕੀ ਦੇ ਵਿੱਚ। ਤੇ ਜਿਹੜਾ ਬਹੁਤਾ ਜ਼ੋਰ ਦਿੱਤਾ ਜਾਂਦਾ ਰਿਹਾ ਉਹ ਕਿਉਂਕਿ ਜਿਹੜੀ ਆਪਣੀ ਕਾਰਪੋਰੇਟ ਗੇਮ ਹੈਗੀ ਆ, ਜਿਹੜੀ ਕਮਾਊ ਗੇਮ ਹੈਗੀ ਆ, ਜਾਂ ਉਹਦਾ ਕਦੀ ਵੀ ਕੋਈ ਵਰਲਡ ਕੱਪ ਨਹੀਂ ਹੁੰਦਾ ਹੈਗਾ। ਔਰ ਕ੍ਰਿਕਟ ਦੇ ਜਿਹੜੇ ਖਿਡਾਰੀ ਆ, ਕ੍ਰਿਕਟ ਦੀਆਂ ਟੀਮਾਂ ਕਿੰਨਾਂ ਦੇਸ਼ਾਂ ਦੀਆਂ ਆ? ਸਿਰਫ ਉਹਨਾਂ ਦੇਸ਼ਾਂ ਦੀਆਂ ਜਿਹੜੇ ਮਲਕਾਂ ਦੇ ਝੰਡੇ ਹੇਠ ਰਹੇ ਆ, ਜਾਂ ਇਦਾਂ ਕਹਿ ਲਓ ਵੀ ਜਿਹੜੇ ਗੁਲਾਮ ਰਹੇ ਆ। ਉਹ ਭਾਵੇਂ ਆਪਣੇ ਇੰਡੀਆ ਹੋਵੇ, ਪਾਕਿਸਤਾਨ ਹੋਵੇ, ਸ੍ਰੀਲੰਕਾ ਹੋਵੇ, ਵੈਸਟ ਇੰਡੀਜ਼ ਹੋਵੇ, ਸਾਊਥ ਅਫਰੀਕਾ ਹੋਵੇ, ਇਹ ਇਦਾਂ ਕਰਕੇ। ਨਿਊਜ਼ੀਲੈਂਡ, ਆਸਟ੍ਰੇਲੀਆ ਵੀ ਚੰਗੀਆਂ ਟੀਮਾਂ ਸਰ। ਹਾਂਜੀ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦਾ ਨਾਂ ਭੁੱਲ ਗਏ, ਉਹ ਵੀ ਅੱਛੀਆਂ ਟੀਮਾਂ ਨੇ, ਵੱਡੀਆਂ ਟੀਮਾਂ। ਉਹੀ ਹੈ ਨਾ ਜਿਹੜੀਆਂ ਰਾਣੀ ਦੇ ਝੰਡੇ ਹੇਠ ਰਹੀਆਂ ਹੈਗੀਆਂ। ਜੀ ਬਿਲਕੁਲ, ਮੈਂ ਸਮਝ ਸਕਦਾ। ਪ੍ਰੋਫੈਸਰ ਸਾਹਿਬ, ਇੱਕ ਮੈਨੂੰ ਦੱਸਿਓ, ਤੁਸੀਂ ਸਪੋਰਟਸ ਨਾਲ ਵਾਬਸਤਾ ਰਹੇ ਹੋ ਕਿਸੇ ਨਾ ਕਿਸੇ ਤਰੀਕੇ ਨਾਲ, ਜਿਹੜੇ ਪੁਰਾਣੇ ਪਲੇਅਰ ਹੁੰਦੇ ਸੀਗੇ, ਖਾਸ ਕਰਕੇ ਜਿੱਦਾਂ ਕੁਸ਼ਤੀਆਂ ਵਾਲੇ ਪਲੇਅਰ ਹੁੰਦੇ ਸੀਗੇ,
ਜਾਂ ਕਬੱਡੀ ਵਾਲੇ ਵੀ ਹੁੰਦੇ ਸੀਗੇ, ਤੇ ਉਹਨਾਂ ਦੀ ਖੁਰਾਕ ਜਦੋਂ ਜਿੱਦਾਂ ਦਾਰਾ ਸਿੰਘ ਦੀ ਭਾਵੇਂ ਉਹਨਾਂ ਦੀ ਗੇਮ ਵੀ ਅਲੱਗ ਤਰ੍ਹਾਂ ਦੀ, ਕਈ ਲੋਕ ਇਤਰਾਜ਼ ਹੈ ਕਿ ਉਹ ਅਸਲ 'ਚ ਭਲਵਾਨ ਨਹੀਂ ਸੀਗੇ, ਉਹ ਇੱਕ ਦਾ ਸ਼ੋਅ ਪੀਸ ਵਰਗੀ ਗੱਲ ਕਰਦੇ ਸੀਗੇ। ਜਦੋਂ ਉਹਨਾਂ ਦੀ ਖੁਰਾਕ ਅਸੀਂ ਵੇਖਦੇ ਹਾਂ, ਉਹ ਕਹਿੰਦੇ ਆ ਕਿ ਅੱਧਾ ਅੱਧਾ ਕਿਲੋ ਘਿਓ ਪੀ ਜਾਂਦੇ ਸੀਗੇ, ਮੁਰਗੇ ਇੰਨੇ ਖਾ ਜਾਂਦੇ ਸੀ, ਮੀਟ ਇਹਨਾਂ ਨਾਲ 2-2 ਕਿਲੋ ਇਕੱਲਾ ਪਲੇਅਰ ਛਕ ਜਾਂਦਾ ਸੀਗਾ। ਤੇ ਹੁਣ ਤੇ ਕੁਝ ਇੱਕ ਚੀਜ਼ਾਂ ਐਸੀਆਂ ਬਾਜ਼ਾਰ 'ਚ ਆ ਗਈਆਂ ਜਿਹੜੀ ਪ੍ਰੋਟੀਨ ਵਗੈਰਾ, ਉਹਦੀ ਬੋਡੀ ਨੂੰ ਵੈਲਿਊ ਦੇਣ ਵਾਲੀਆਂ ਇਹ ਚੀਜ਼ਾਂ, ਇਹਨਾਂ ਦਾ ਕਿੰਨਾ ਕੁ ਰੋਲ ਹੈ ਤੇ ਕੀ ਹੈ? ਇਹਨਾਂ ਦਾ ਰੋਲ ਬਹੁਤਾ ਪੋਜ਼ਿਟਿਵ ਨਹੀਂ ਹੈ ਜੀ, ਇਹਨਾਂ ਦਾ ਰੋਲ ਜ਼ਿਆਦਾ ਨੈਗੇਟਿਵ ਆ। ਇਹਦੇ ਨਾਲ ਫਿਰ ਮੁੜ ਕੇ ਕੁਝ ਡਰੱਗਸ, ਕੁਝ ਦਵਾਈਆਂ, ਕੁਝ ਇਸ ਕਿਸਮ ਦੀਆਂ ਗੱਲਾਂ ਵੀ ਜਿਹੜੀਆਂ ਉਹ ਆਉਣ ਲੱਗ ਗਈਆਂ ਆ। ਔਰ ਪ੍ਰੋਟੀਨ ਜਿਹੜੇ ਆ ਉਹ ਵਰਤਣੇ ਚਾਹੀਦੇ ਆ, ਪਰ ਡਾਕਟਰ ਦੀ ਸਲਾਹ ਨਾਲ ਤੇ ਮਤਲਬ ਜਿਹੜੇ ਐਕਸਪਰਟ ਹੈਗੇ ਆ, ਜਿਹੜੇ ਡਾਈਟੀਸ਼ੀਅਨ ਆ, ਉਹਨਾਂ ਦੀ ਸਲਾਹ ਨਾਲ ਵਰਤੇ ਜਾਣੇ ਚਾਹੀਦੇ ਆ। ਔਰ ਜਿੱਥੋਂ ਤੱਕ ਇਹਨਾਂ ਦੀ એનર્ਜੀ ਦਾ ਸਵਾਲ ਹੈਗਾ, ਜਿੰਨੀਆਂ ਕੁ ਕੈਲਰੀਜ਼ ਇਹਨਾਂ ਨੂੰ ਚਾਹੀਦੀਆਂ ਹੈਗੀਆਂ ਔਰ ਜਿਨ੍ਹਾਂ ਦੇ ਵਿੱਚ ਫੈਟ ਜ਼ਿਆਦਾ ਨਾ ਹੋਵੇ, ਜਿਹੜੇ ਡਾਈਟੀਸ਼ੀਅਨ ਹੈਗੇ ਆ ਟੀਮ ਦੇ, ਉਹਨਾਂ ਦਾ ਇਹੀ ਕੰਮ ਹੁੰਦਾ ਹੈਗਾ ਕਿ ਜਦੋਂ ਟੀਮਾਂ ਤਿਆਰ ਹੁੰਦੀਆਂ ਤਾਂ ਉਹਨਾਂ ਦੇ ਵਿੱਚ ਇਹ ਗੱਲਾਂ ਵੇਖਣੀਆਂ ਲਾਜ਼ਮੀ ਹੁੰਦੀਆਂ। ਔਰ ਬਹੁਤ ਕੁਝ ਜਿਹੜਾ ਹੁਣ ਬਦਲ ਗਿਆ ਆ, ਮਤਲਬ ਕੱਲਾ ਘਿਓ ਪੀ ਜਾਣਾ ਜਾਂ ਇਸ ਕਿਸਮ ਦਾ ਜਿਹੜੀ ਖੁਰਾਕ ਹੈਗੀ ਆ, ਮੀਟ ਖਾ ਜਾਣਾ, ਉਹ ਹੀ ਹੁਣ ਖੁਰਾਕ ਦਾ ਹਿੱਸਾ ਨਹੀਂ ਰਿਹਾ। ਖੁਰਾਕਾਂ ਦੇ ਵਿੱਚ ਵੀ ਬਹੁਤ ਤਬਦੀਲੀ ਆ ਗਈ ਆ ਕਿ ਕਿੰਨੀਆਂ ਕੈਲਰੀਜ਼ ਕਿੱਥੋਂ ਮਿਲਦੀਆਂ ਹੈਗੀਆਂ, ਔਰ ਉਹ ਵਜਨ ਵੀ ਨਾ ਵਧਾਉਣ ਤੇ ਫੈਟ ਵੀ ਜਿਹੜੀ ਆ ਉਹਨਾਂ ਦੇ ਵਿੱਚ ਨਾ ਇੰਨੀ ਹੋਵੇ। ਸੋ ਇਹ ਜਿਹੜੀਆਂ ਆ ਇਹ ਸਾਰੀਆਂ ਸਪੋਰਟਸ ਮੈਨੇਜਮੈਂਟ ਦਾ ਹਿੱਸਾ ਹੈਗਾ। ਔਰ ਇਹਦੇ ਵਿੱਚ ਮੈਂ ਜਿਵੇਂ ਕਿਹਾ ਵੀ ਕੋਈ ਘਾਟੇ ਵਾਲੀ ਗੱਲ ਨਹੀਂ ਹੈ। ਸਿਰਫ ਭਾਰਤ ਦੇ ਵਿੱਚ ਜੇ ਕਰਪਸ਼ਨ ਨਾ ਹੋਵੇ, ਜੇ ਭਾਰਤ ਦੇ ਵਿੱਚ ਕਰਪਸ਼ਨ ਹੈਗੀ ਆ ਤੇ ਉਹ ਸਪੋਰਟਸ ਦੇ ਵਿੱਚ ਵੀ ਆ, ਹਰ ਲੈਵਲ ਤੇ ਆ। ਤੁਹਾਨੂੰ ਪਤਾ ਵੀ ਆ ਜਿਹੜੇ ਕ੍ਰਿਕਟ ਵਾਲੇ ਆ, ਇਹਨਾਂ ਤੇ ਇੰਨੇ ਪੈਸੇ ਖਰਚ ਕੀਤੇ ਜਾਂਦੇ ਆ ਤੇ ਇਹ ਕਰਦੇ ਕੀ ਆ ਕਿ ਇਹ ਰਲ ਕੇ ਖੇਡਦੇ ਆ ਜੀ, ਜਿਹਨੂੰ ਕਹਿੰਦੇ ਆ ਵੀ ਮੈਚ ਫਿਕਸਿੰਗ। ਤੇ ਜਿਹੜੀਆਂ ਇਹ ਗੇਮਾਂ ਹੈਗੀਆਂ ਜਿਹੜੀਆਂ 올림픽ਸ ਦੇ ਵਿੱਚ ਆ, ਇਹਨਾਂ ਦੇ ਵਿੱਚ ਕਿਤੇ ਵੀ ਮੈਚ ਫਿਕਸਿੰਗ ਨਹੀਂ ਹੁੰਦੀ ਹੈਗੀ, ਇਹ ਜਾਨ ਮਾਰਨੀ ਪੈਂਦੀ ਆ। ਔਰ ਇਹ ਜੇ ਕੋਈ ਪ੍ਰਬੰਧ ਸੁਧਾਰਨ ਵਾਲੇ ਪਾਸੇ ਨੂੰ ਭਾਰਤ ਤੁਰੇ ਤਾਂ ਬਾਰ-ਬਾਰ ਅਸੀਂ ਕਹਿੰਦੇ ਆ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਤੇ ਉਹ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੀਆਂ ਮੱਲਾਂ ਵੀ ਮਾਰ ਸਕਦਾ ਭਾਰਤ। ਇੱਕ ਹੋਰ ਚੰਗੀ ਖਬਰ ਹੈ ਕਿ ਪੀਵੀ ਸਿੰਧੂ ਜਿਹੜੀ ਆ ਉਹ ਵੀ ਆਪਣੀਆਂ ਜਿੱਤਾਂ ਲਗਾਤਾਰ ਬਰਕਰਾਰ ਰੱਖ ਰਹੀ ਆ। ਤੁਹਾਨੂੰ ਯਾਦ ਹੋਣਾ ਇੱਕ ਦਿਨ ਆਪਾਂ ਖਬਰ ਵੀ ਸਾਂਝੀ ਕੀਤੀ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਂ ਨੇ ਕਿਹਾ ਸੀਗਾ ਜਿੱਦਣ ਉਹ ਆਉਣ ਲੱਗੇ ਆ ਕਿ ਤੁਸੀਂ ਜਿੱਤ ਪ੍ਰਾਪਤ ਕਰਕੇ ਆਓ, ਮੈਂ ਤੁਹਾਡੇ ਨਾਲ ਬੈਠ ਕੇ ਆਈਸਕ੍ਰੀਮ ਖਾਵਾਂਗਾ। ਉਹਨੂੰ ਬੜੇ ਲਾਈਟ ਮਜ਼ਾਕ 'ਚ ਵੀ ਲਿਆ ਗਿਆ ਸੀਗਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਇੰਨਾ ਕੁਝ ਚੱਲ ਰਿਹਾ ਮੁਲਕ ਦੇ ਵਿੱਚ ਤੇ ਇੱਕ ਇੰਡੀਵਿਜੂਅਲ ਪਲੇਅਰ ਨੂੰ ਕਹਿ ਰਿਹਾ ਕਿ ਮੈਂ ਤੇਰੇ ਨਾਲ ਬੈਠ ਕੇ ਆਈਸਕ੍ਰੀਮ ਖਾਵਾਂਗਾ। ਪਰ ਉਹ ਕੁੜੀ ਵੀ ਕਮਾਲ ਦਾ ਖੇਡ ਰਹੀ ਹੈ ਜੀ ਤੇ ਜਿੱਤਾਂ ਪ੍ਰਾਪਤ ਕਰ ਰਹੀ ਹੈ। ਇਹ ਤਾਂ ਗਿੱਲ ਸਾਹਿਬ ਤੁਸੀਂ ਗੱਲ ਜਿਹੜੀ ਕੀਤੀ ਆ, ਇੱਕ ਵੇਲੇ ਜਿਹੜੀ ਨਾ ਭਾਰਤ ਦੀ ਖਿਡਾਰਨ ਆ ਸਾਇਨਾ ਨੇਹਵਾਲ, ਉਹਨੇ ਕਾਮਨਵੈਲਥ ਦੇ ਵਿੱਚ ਮੈਡਲ ਵੀ ਲਿਆ ਹੈਗਾ ਤੇ ਉਹ ਨਾ ਭਾਰਤ ਦੇ ਸਪੋਰਟਸ ਮੰਤਰੀ ਨੂੰ ਮਿਲਣ ਗਈ ਜਦੋਂ ਉਹ ਜਿੱਤ ਕੇ ਆਈ ਨਾ, ਤੇ ਉਹਦੇ ਨਾਲ ਸੀਗਾ ਉਹਦਾ ਕੋਚ ਵੀ ਉਹਦਾ ਜਿਹੜਾ ਇੰਟਰਨੈਸ਼ਨਲ ਖਿਡਾਰੀ ਰਿਹਾ ਹੈਗਾ ਬੈਡਮਿੰਟਨ ਦਾ, ਗੋਪੀ ਚੰਦ ਫਲੇਲਾ, ਤੇ ਉਹ ਗਿਆ ਨਾਲ। ਤੇ ਜਿਹੜਾ ਸਪੋਰਟਸ ਮਿਨਿਸਟਰ ਆ ਉਹਨੂੰ ਕਹਿੰਦਾ ਇਹ ਕੌਣ ਆ, ਯਾਨੀ ਦੇਖੋ ਸਾਡਾ ਸਪੋਰਟਸ ਮਿਨਿਸਟਰ ਇਹ ਜਾਣਦਾ ਹੀ ਨਹੀਂਗਾ ਵੀ ਇਹ ਇੰਟਰਨੈਸ਼ਨਲ ਲੈਵਲ ਦਾ ਬੈਡਮਿੰਟਨ ਖਿਡਾਰੀ ਆ ਔਰ ਇਹ ਸਾਇਨਾ ਨੇਹਵਾਲ ਦਾ ਇਹ ਕੋਚ ਆ। ਸੋ ਇਹ ਗੱਲਾਂ ਤਾਂ ਤੁਸੀਂ ਛੱਡ ਹੀ ਦਿਓ ਤੇ ਪ੍ਰਧਾਨ ਮੰਤਰੀ ਦੀਆਂ ਤਾਂ ਬਾਤਾਂ ਹੀ ਕਿਆ ਨੇ ਜੀ ਕਿ ਉਹਨੂੰ ਤੂੰ ਕੋਈ ਸ਼ਾਬਾਸ਼ ਦੇ ਜਾਂ ਕੋਈ ਮਤਲਬ ਇਨਸੈਂਟਿਵ ਦੀ ਗੱਲ ਕਰ ਵੀ ਮੈਂ ਤੇਰੇ ਨਾਲ ਆਈਸਕ੍ਰੀਮ ਖਾ ਲਾਂਗਾ। ਇਹਦਾ ਮਤਲਬ ਇਹ ਆ ਵੀ ਐਵੇਂ ਇੱਕ ਮਖੌਲ ਜਿਹਾ ਕਰਨ ਵਾਲੀ ਗੱਲ ਆ, ਇਹ ਕੋਈ ਖਿਡਾਰੀ ਨੂੰ ਸ਼ਾਬਾਸ਼ ਦੇਣ ਵਾਲੀ ਗੱਲ ਤਾਂ ਹੈ ਨਹੀਂ। ਸੋ ਮੈਂ ਸਮਝਣਾ ਵੀ ਇਹ ਪ੍ਰਧਾਨ ਮੰਤਰੀ ਦੇ ਪੱਧਰ ਤੇ ਗੈਰ ਸੰਜੀਦਾ ਔਰ ਗੈਰ ਜ਼ਿੰਮੇਵਾਰ ਗੱਲ ਹੈਗੀ ਆ। ਔਰ ਇਹਦੇ ਬਾਵਜੂਦ ਵੀ ਪੀਵੀ ਸਿੰਧੂ ਜਿਹੜੀ ਆ ਉਹਨੂੰ ਅਸੀਂ ਉਤਸ਼ਾਹਿਤ ਕਰਨ ਲਈ ਸ਼ਾਬਾਸ਼ ਦਿੰਦੇ ਆ, ਵਾਕਫ ਕਹਿੰਦੇ ਆ ਔਰ ਇਹ ਕਹਿੰਦੇ ਆ ਵੀ ਪ੍ਰਧਾਨ ਮੰਤਰੀ ਭਾਵੇਂ ਜਿੰਨਾ ਮਰਜ਼ੀ ਗੈਰ ਸੰਜੀਦਾ ਆ, ਭਾਰਤ ਦੇ ਲੋਕ ਸੰਜੀਦਾ ਆ ਤੇ ਟੀਵੀ ਪੰਜਾਬੀ ਦੁਨੀਆ ਵੀ ਸੰਜੀਦਾ ਆ ਜਿਹੜਾ ਇਹਨੂੰ ਸ਼ਾਬਾਸ਼ ਦਿੰਦਾ ਆ। ਤੇ ਇਸ ਤਰੀਕੇ ਨਾਲ ਆਪਣੇ ਤੀਰਅੰਦਾਜ਼ ਵੀ ਕੁਝ ਹੈਗੇ ਆ ਜੀ ਤੇ ਉਹ ਵੀ ਅੱਗੇ ਜਾ ਰਹੇ ਆ। ਔਰ ਜਿਹੜੀ ਮੈਰੀ ਕੋਮ ਹਾਰੀ ਵੀ ਆ, ਉਹਦੇ ਵੀ ਕਹਿ ਕੇ ਆਈ ਆ, 38 ਸਾਲਾਂ ਦੀ ਆ, ਉਹ ਕਹਿੰਦੀ ਮੈਂ ਖੇਡਣਾ ਨਹੀਂ ਛੱਡਣਾ, ਮੈਂ ਮੈਦਾਨ 'ਚ ਰਵਾਂਗੀ। ਸੋ ਇਹ ਖੇਡਣਾ ਇੱਕ ਬਹੁਤ ਵੱਡੀ ਪ੍ਰਾਪਤੀ ਆ, ਖਾਸ ਕਰਕੇ 올림픽ਸ ਦੇ ਵਿੱਚ ਪਹੁੰਚਣਾ ਹੀ ਵੱਡੀ ਪ੍ਰਾਪਤੀ ਆ, ਕਿਉਂਕਿ ਜਿਹੜਾ ਖਿਡਾਰੀ 올림픽 ਖੇਡਾਂ ਦੇ ਵਿੱਚ ਭਾਗ ਲੈ ਲੈਂਦਾ ਆ ਉਹਨੂੰ ਫਿਰ ਮੁੜ ਕੇ 올림픽ੀਅਨ ਕਿਹਾ ਜਾਂਦਾ ਹੈ ਕਿ ਇਹ ਖਿਡਾਰੀ ਜਿਹੜਾ ਆ
ਇਹ 올림픽 ਤੱਕ ਖੇਡਿਆ ਹੈਗਾ। ਮਤਲਬ ਇਹ ਆ ਕਿ ਇਹਨੇ ਜਿਹੜਾ ਦੁਨੀਆ ਦਾ ਵੱਡਾ ਅਖਾੜਾ ਖੇਡਾਂ ਦਾ ਉਹਦੇ ਵਿੱਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਆ। ਸੋ 올림픽 ਤੱਕ ਜਾਣਾ, ਜਿੱਤਣਾ ਤਾਂ ਬਹੁਤ ਵਧੀਆ ਗੱਲ ਆ, 올림픽 ਤੱਕ ਜਾਣਾ, ਪਾਰਟਿਸਿਪੇਟ ਕਰਨਾ, ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ। ਸੋ ਅਸੀਂ ਸਾਰੇ 올림픽ੀਅਨਸ ਜਿਹੜੇ ਆਪਣੇ ਉੱਥੇ ਗਏ ਆ ਖਿਡਾਰੀ, ਉਹਨਾਂ ਨੂੰ ਸ਼ਾਬਾਸ਼ੀ ਦਿੰਦੇ ਆ ਔਰ ਵਿਸ਼ ਕਰਦੇ ਆ ਕਿ ਜਿਹੜਾ ਵੀ ਖਿਡਾਰੀ ਅੱਗੇ ਵਧ ਰਿਹਾ ਉਹ ਮੈਡਲ ਲਵੇ, ਵਧੀਆ ਮੈਡਲ ਲਵੇ, ਇਹ ਸਾਡੀ ਇੱਛਾ ਹੈ ਜੀ। ਬਿਲਕੁਲ, ਜਿਹੜੀ ਪੀਵੀ ਸਿੰਧੂ ਹੈ ਜੀ, ਉਹਨਾਂ ਨੇ ਜਾਪਾਨ ਤੋਂ ਅੱਜ ਜਾਪਾਨ ਦੀ ਅਕਾਨੇ ਯਾਮਾਗੂਚੀ ਨੂੰ ਹਰਾ ਕੇ, ਕੱਲ ਵਾਲੇ ਜਿਹੜਾ ਮੈਚ ਉੱਥੇ ਹੋਇਆ 21-13 ਨਾਲ 22-20 ਨਾਲ ਹਰਾ ਕੇ, ਮੇਰੇ ਖਿਆਲ 3 ਸੈੱਟ ਹੁੰਦੇ ਆ, 2 ਸੈੱਟ 'ਚ ਹੀ ਜਦੋਂ ਹਾਰਦਾ ਦਾ ਫੈਸਲਾ ਹੋ ਜੇ ਤੇ ਤੀਜਾ ਸੈੱਟ ਨਹੀਂ ਖੇਡਣਾ ਹੁੰਦਾ, ਨਹੀਂ ਲੱਗਦਾ ਫਿਰ। ਹਾਂਜੀ, ਤੇ ਉਹ ਮਤਲਬ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸੈਮੀਫਾਈਨਲ ਦੇ ਵਿੱਚ ਇੰਟਰ ਹੋਏ ਆ। ਇਹ ਵਾਕਿਆ ਹੀ ਵਧਾਈ ਦੇ ਹੱਕਦਾਰ ਆ। ਤੇ ਪ੍ਰੋਫੈਸਰ ਸਾਹਿਬ, ਜਦੋਂ ਟੀਮਾਂ ਗਈਆਂ ਸੀ 올림픽, ਪਹਿਲਾਂ ਤੇ ਡਾਊਟਫੁਲ ਜਿਹਾ ਸੀ ਹੋਣੀ ਆ ਕਿ ਨਹੀਂ ਹੋਣੀ, ਪਰ ਉਡੀਕ ਬੜੀ ਸੀਗੀ ਤੇ ਲੋਕ ਗਿਣਤੀਆਂ ਮਿਣਤੀਆਂ ਕਰਦੇ ਸੀ ਕਿ ਜਿਹੜੀ ਟੈਲੀ ਆਉਣੀ ਆ 올림픽 골ਡ ਮੈਡਲਾਂ ਦੀ, ਉਹਦੇ ਵਿੱਚ ਉਮੀਦ ਇਹੋ ਹੀ ਸੀ ਕਿ ਸਭ ਤੋਂ ਤਾਕਤਵਰ ਤੇ ਮੁਲਕ ਹੈਗਾ ਅਮਰੀਕਾ, ਉਹ ਪਹਿਲੇ ਨੰਬਰ ਤੇ ਨਜ਼ਰ ਆਊਗਾ ਤੇ ਚਾਈਨਾ ਨੂੰ ਤੀਜੇ ਨੰਬਰ ਤੇ ਜਾਂ ਤੀਜੇ ਚੌਥੇ ਨੰਬਰ ਦੀ ਲੜਾਈ 'ਚ ਅੰਕਦੇ ਸੀ ਸਾਰੇ। ਕਹਿੰਦੇ ਸੀ ਕਿ ਇਸ ਤੋਂ ਬਾਅਦ ਜਾਪਾਨ ਨੇ, ਕਿਉਂਕਿ ਖੁਦ ਗੇਮ ਕਰਾ ਰਹੇ ਆ ਤੇ ਉਹਨਾਂ ਨੇ ਤਿਆਰੀ ਕੀਤੀ ਹੋਈ ਪਿਛਲੇ 5-4 ਸਾਲ ਤੋਂ, ਤੇ ਸੈਕੰਡ ਜਾਂ ਮਤਲਬ ਮੇਨ ਟੱਕਰ ਅਮਰੀਕਾ ਤੋਂ ਬਾਅਦ ਜਾਪਾਨ ਦੀ ਰਹਿਣੀ ਹੈ, ਜਾਪਾਨ ਲਏਗਾ ਮੈਚ ਜ਼ਿਆਦਾ। ਪਰ ਜਿਸ ਤਰ੍ਹਾਂ ਆ ਰਹੀਆਂ ਨੇ ਖਬਰਾਂ, ਅਮਰੀਕਾ ਤੇ ਤੀਜੇ ਨੰਬਰ ਤੇ ਨਜ਼ਰ ਆ ਰਿਹਾ, ਚਾਈਨਾ ਨੰਬਰ ਪਹਿਲਾ ਜਾ ਚਲਾ ਗਿਆ ਜੀ। ਉਹਦੇ 'ਚ ਗਿੱਲ ਸਾਹਿਬ ਇਦਾਂ ਆ ਵੀ ਜਿਹੜੀਆਂ ਕੈਸਰਾਈਆਂ ਲੱਗਦੀਆਂ ਨਾ, ਹਾਂਜੀ, ਉਹ ਜਿਹੜੀਆਂ ਪਿਛਲੀਆਂ 올림픽ਸ ਹੁੰਦੀਆਂ ਆ ਨਾ, ਉਹਨਾਂ ਦੇ ਆਧਾਰ ਤੇ ਵੇਖਦੇ ਆ ਬਈ ਕਿਹੜੇ ਖਿਡਾਰੀ ਇਹਨਾਂ ਦੇ ਜਿਹੜੇ ਆ ਉਹ 골ਡ ਮੈਡਲ ਵਾਲੇ ਆ, ਸਿਲਵਰ ਮੈਡਲ ਵਾਲੇ ਆ, ਵਗੈਰਾ ਵਗੈਰਾ, ਤੇ ਉੱਥੋਂ ਉਹ ਕੈਲਕੂਲੇਟ ਕਰਦੇ ਆ। ਪਰੰਤੂ ਇਸ ਵੇਲੇ ਜਿਹੜੀ ਹਾਲਤ ਆ ਉਹ ਇਹ ਆ ਕਿ ਚੀਨ ਜਿਹੜਾ ਹੈ ਨਾ, ਉਹ ਇਸ ਵੇਲੇ ਆਰਥਿਕ ਤੌਰ ਤੇ ਵੀ ਦੁਨੀਆ ਦੀ ਵੱਡੀ ਤਾਕਤ ਆ। ਔਰ ਹੋਰ ਗੱਲਾਂ ਜੋ ਮਰਜ਼ੀ ਕੀਤੀਆਂ ਜਾਣ, ਉੱਥੇ ਖੇਡਾਂ ਦੇ ਵਿੱਚ, ਸਿਸਟਮ ਦੇ ਵਿੱਚ ਇਸ ਕਿਸਮ ਦੀ ਕਰਪਸ਼ਨ ਨਹੀਂ ਹੈ ਜਿੱਦਾਂ ਦੀ ਦੂਜੇ ਦੇਸ਼ਾਂ ਵਿੱਚ ਆ ਵੀ ਤੁਸੀਂ ਜਿਹੜੇ ਸਿਫਾਰਸ਼ੀ ਖਿਡਾਰੀ ਲੈ ਜਾਓ, ਵਗੈਰਾ ਵਗੈਰਾ। ਉਹਨਾਂ ਨੇ ਤਿਆਰੀ ਇਸ ਤਰ੍ਹਾਂ ਕੀਤੀ ਹੈਗੀ ਆ। ਔਰ ਪਿਛਲੀਆਂ ਜਿਹੜੀਆਂ ਕੁਝ ਸਾਲਾਂ ਤੋਂ 올림픽ਸ ਦੇ ਵਿੱਚ ਵੀ ਔਰ ਏਸ਼ੀਆ ਦੇ ਵਿੱਚ ਵੀ ਉਹਨਾਂ ਦੀ ਸਰਦਾਰੀ ਆ। ਹੁਣ ਤੁਸੀਂ ਇਹ ਦੇਖੋ ਕਿ ਜਿਹੜੇ 골ਡ ਆ ਨਾ, ਇਸ ਵੇਲੇ ਚੀਨ ਦੇ 19 ਆ, ਜਾਪਾਨ ਦੇ 17 ਆ ਤੇ ਅਮਰੀਕਾ ਦੇ 14 ਆ, ਤੇ ਸਿਲਵਰ ਚੀਨ ਦੇ 10 ਆ, ਜਾਪਾਨ ਦੇ 4 ਆ ਤੇ ਅਮਰੀਕਾ ਦੇ 16 ਆ। ਸੋ ਇਦਾਂ ਕਰਕੇ ਟੋਟਲ ਜਿਹੜੇ ਮੈਡਲ ਆ ਉਹ ਚੀਨ ਦੇ 40 ਆ, ਜਾਪਾਨ ਦੇ 28 ਆ ਤੇ ਅਮਰੀਕਾ ਦੇ ਹੈਗੇ 41। ਪਰ ਇਹ 골ਡ ਮੈਡਲਾਂ ਦੇ ਹਿਸਾਬ ਨਾਲ ਗਿਣਿਆ ਜਾਂਦਾ ਪਹਿਲਾ ਦੂਜਾ ਥਾਂ। ਸੋ ਚੀਨ ਜਿਹੜਾ ਹੈਗਾ ਉਹ ਲੀਡ ਕਰ ਰਿਹਾ ਤੇ ਕੈਨੇਡਾ ਜਿਹੜਾ ਉਹ 11ਵੇਂ ਨੰਬਰ ਤੇ ਆ ਗਿਆ ਹੁਣ। ਹਾਂਜੀ, ਤੇ ਭਾਰਤ ਜਿਹੜਾ ਉਹ ਹੌਲੀ ਹੌਲੀ ਖਿਸਕਦਾ ਇਸ ਵੇਲੇ 51ਵੇਂ ਨੰਬਰ ਤੇ ਆ। ਤੇ ਕੋਈ ਗੱਲ ਨਹੀਂ, ਮਤਲਬ ਹੌਲੀ ਹੌਲੀ ਉੱਪਰ ਆਉਣ ਦੀਆਂ ਸੰਭਾਵਨਾਵਾਂ ਬਣ ਸਕਦੀਆਂ। ਤੇ ਕੈਨੇਡਾ ਪਿਛਲੇ ਸਾਲਾਂ ਦੇ ਵਿੱਚ ਜੀ 2 ਦੇਸ਼ ਜਿਹੜੇ ਆ ਨਾ ਦੁਨੀਆ ਦੇ, ਉਹਨਾਂ ਨੇ ਇੰਪਰੂਵ ਕੀਤਾ ਖੇਡਾਂ ਦੇ ਖੇਤਰ ਦੇ ਵਿੱਚ। ਇੱਕ ਹੈ ਜਿੱਥੇ ਅਸੀਂ ਬੈਠੇ ਆ ਕੈਨੇਡਾ, ਔਰ ਦੂਜਾ ਹੈ ਆਸਟ੍ਰੇਲੀਆ। ਇਹ ਮਤਲਬ ਪਿਛਲੇ ਸਾਲਾਂ ਦੇ ਵਿੱਚ ਕਾਫੀ ਇਹਨਾਂ ਨੇ ਆਪਣਾ ਉੱਚਾ ਦਰਜਾ ਜਿਹੜਾ ਉਹ ਹਾਸਲ ਕੀਤਾ ਆ। ਸੋ ਇਹ ਮਾਣ ਵਾਲੀ ਗੱਲ ਆ ਕਿ ਅਸੀਂ ਕੈਨੇਡੀਅਨ ਹੋਣ ਦੇ ਨਾਤੇ ਇਸ ਗੱਲ ਤੇ ਖੁਸ਼ੀ ਪ੍ਰਗਟ ਕਰਦੇ ਹਾਂ, ਔਰ ਭਾਰਤੀ ਹੋਣ ਦੇ ਨਾਤੇ ਇਹ ਭਾਰਤ ਦੇ ਲੋਕਾਂ ਨੂੰ, ਭਾਰਤ ਦੇ ਕੋਚਾਂ ਨੂੰ, ਭਾਰਤ ਦੇ ਖਿਡਾਰੀਆਂ ਨੂੰ ਅਸੀਂ ਸ਼ਾਬਾਸ਼ੀ ਵੀ ਦਿੰਦੇ ਹਾਂ ਤੇ ਨਾਲ ਦੀ ਨਾਲ ਸਰਕਾਰ ਨੂੰ ਤੇ ਪ੍ਰਬੰਧਕਾਂ ਨੂੰ ਇਹ ਅਪੀਲ ਵੀ ਕਰਨੇ ਆ ਭਈ ਉਹ ਪ੍ਰਬੰਧ ਚੰਗਾ ਕਰਨ ਤਾਂ ਕਿ ਸਾਡਾ ਜਿਹੜਾ ਟੈਲੈਂਟ ਹੈਗਾ ਉਹ ਠੀਕ ਤਰ੍ਹਾਂ ਆਪਣੀਆਂ ਪ੍ਰਾਪਤੀਆਂ ਕਰ ਸਕੇ। ਇੱਕ ਚੀਜ਼ ਮੈਂ ਪ੍ਰੋਫੈਸਰ ਸਾਹਿਬ ਕੋਲ ਹੋਰ ਪੁੱਛਣਾ, ਫਿਰ ਆਪਾਂ ਦੂਜੀਆਂ ਖਬਰਾਂ ਨਾਲ ਵੱਧਦੇ ਹਾਂ। ਮੈਰੀਕਾਮ ਦਾ ਤੁਸੀਂ ਜ਼ਿਕਰ ਕੀਤਾ, ਉਹ ਇਸ ਵਾਰ ਹਾਰ ਗਏ ਫਾਈਨਲ 'ਚ ਜਾਂਦੇ ਜਾ ਕੇ, ਤੇ ਉਹਨਾਂ ਦੀ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀਗਾ, ਫਾਈਨਲ ਤੋਂ ਪਹਿਲਾਂ ਹੀ ਹਾਰ ਗਏ ਮੇਰੇ ਖਿਆਲ, ਉਹ ਪਹਿਲੇ ਮੈਚ 'ਚ ਹੀ। ਉਹਨਾਂ ਨੇ ਕਿਹਾ, ਹਾਂਜੀ, ਉਹਨਾਂ ਨੇ ਕਿਹਾ ਕਿ ਮੈਂ ਖੁਦ ਅਜੇ ਤੱਕ ਹੈਰਾਨ ਆ ਕਿ ਮੇਰੇ ਨਾਲ ਹੋਇਆ ਕੀ ਆ। ਮਤਲਬ ਜਿਸ ਤਰ੍ਹਾਂ ਹੁੰਦਾ ਨਾ ਜੀ ਛੋਟੇ ਪੱਧਰ ਤੇ ਗੇਮਾਂ ਦੇ ਵਿੱਚ ਕਿ ਕੋਚ ਨੇ ਕੋਈ ਬੇਈਮਾਨੀ ਕਰਤੀ ਆ, ਉਹਨਾਂ ਦੇ ਪ੍ਰਭਾਵ ਇਦਾਂ ਦੇ ਸੀ ਕਿ ਮੇਰੇ ਨਾਲ ਠੀਕ ਇਨਸਾਫ ਨਹੀਂ ਹੋਇਆ। ਪਤਾ ਨਹੀਂ ਉਹ ਕਿਸ ਐਂਗਲ ਤੋਂ ਕਹਿ ਰਹੇ ਸੀਗੇ। ਇੱਕ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਮਤਲਬ ਨਰਵਸ ਕਰਨ ਵਾਸਤੇ ਜਦੋਂ ਮੈਂ
ਰਿੰਗ ਵਿੱਚ ਹੀ ਗਈ ਆ ਤੇ ਮੈਨੂੰ ਉਹਨਾਂ ਨੇ ਆਪਣੀ ਜੈਕਟ ਜਾਂ ਸਵੈਟਰ ਬਦਲਣ ਵਾਸਤੇ ਕਹਿ ਦਿੱਤਾ। ਕੁਝ ਇਸ ਤਰ੍ਹਾਂ ਦੀਆਂ ਗੱਲਾਂ ਉਹ ਮੈਂ ਸੁਣ ਰਿਹਾ ਸੀ। ਮੈਂ ਪੂਰੀ ਤਰ੍ਹਾਂ ਦੀ ਇੰਟਰਵਿਊ ਤਾਂ ਨਹੀਂ ਸੁਣੀ, ਪਰ ਉਹਨਾਂ ਦੀ ਗੱਲਬਾਤ ਤੋਂ ਲੱਗਦਾ ਸੀ ਕਿ ਜਿੱਦਾਂ ਮੈਨੂੰ ਇੰਟੈਂਸ਼ਨਲੀ ਹਰਾਉਣ ਦਾ ਯਤਨ ਕੀਤਾ ਗਿਆ। ਵੇਖੋ ਜੀ, ਇਹ ਦੁਨੀਆ ਆ, ਇਹਦੇ ਵਿੱਚ ਕੁਝ ਵੀ ਹੋ ਸਕਦਾ ਆ, ਪਰੰਤੂ ਆਮ ਤੌਰ ਦੇ ਉੱਤੇ ਇਸ ਕਿਸਮ ਦੀ ਗੱਲ ਜਿਹੜੀ ਆ ਉਹ 올림픽 ਦੇ ਲੈਵਲ ਤੇ ਹੋਣ ਦੀ ਸੰਭਾਵਨਾ ਨਹੀਂ ਹੈ। ਪਰ ਫਿਰ ਵੀ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਆ। ਜੇ ਉਹ ਮੈਰੀ ਕਾਮ ਕਹਿੰਦੀ ਆ ਤਾਂ ਇਹਦੇ ਵਿੱਚ ਕੋਈ ਨਾ ਕੋਈ ਸੱਚਾਈ ਜ਼ਰੂਰ ਹੋਏਗੀ। ਤੁਹਾਨੂੰ ਯਾਦ ਹੋਏਗਾ ਜੀ 1986 ਦਾ ਜਿਹੜਾ ਫੁੱਟਬਾਲ ਕੱਪ ਹੋਇਆ ਸੀਗਾ ਨਾ ਜੀ, ਵਰਲਡ ਫੁੱਟਬਾਲ ਕੱਪ, ਉਹਦੇ ਵਿੱਚ ਇਹ ਕਿਹਾ ਜਾਂਦਾ ਵੀ ਮੈਰਾਡੋਨਾ ਨੇ ਇੱਕ ਗੋਲ ਜਿਹੜਾ ਨਾ ਉਹ ਬਾਂਹ ਮਾਰ ਕੇ ਕਰ ਦਿੱਤਾ ਸੀਗਾ, ਤੇ ਜਿਹੜਾ ਕਿ ਉਹ ਹੈਂਡਬਾਲ ਗਿਣਿਆ ਜਾਣਾ ਸੀਗਾ, ਪਰੰਤੂ ਉਹ ਰੈਫਰੀ ਨੂੰ ਨਹੀਂ ਸੀ ਦਿਸਿਆ ਤੇ ਇਸ ਕਰਕੇ ਉਹਨੇ ਗੋਲ ਦੇ ਦਿੱਤਾ ਸੀਗਾ। ਤੇ ਮੈਰਾਡੋਨਾ ਨੂੰ ਬਾਅਦ ਦੇ ਵਿੱਚ ਕਿਸੇ ਨੇ ਪੁੱਛਿਆ ਸੀਗਾ ਕਿ ਬਈ ਉਹ ਹੱਥ ਨਾਲ ਤੂੰ ਗੋਲ ਕੀਤਾ ਸੀ, ਉਹ ਕਿਹਦਾ ਹੱਥ ਸੀ? ਉਹ ਕਹਿੰਦਾ ਜੀ ਦੈਟ ਵਾਜ਼ ਗॉड्स ਹੈਂਡ, ਉਹ ਰੱਬੀ ਤੌਰ ਤੇ ਰੱਬ ਵੱਲੋਂ ਹੀ ਉਹ ਹੱਥ ਸੀਗਾ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੋ ਜਾਂਦੀਆਂ, ਔਰ ਉਹ ਭਾਵੇਂ ਕਿ ਕੰਟਰੋਵਰਸ਼ੀਅਲ ਗੋਲ ਰਿਹਾ, ਹੁਣ ਤੇ ਮੈਰਾਡੋਨਾ ਦੁਨੀਆ 'ਚ ਰਿਹਾ ਵੀ ਨਹੀਂਗਾ, ਪਰ ਫਿਰ ਵੀ ਉਹ ਗੋਲ ਜਿਹੜਾ ਉਹ ਮੰਨਿਆ ਗਿਆ ਸੀਗਾ, ਔਰ ਉਹ ਗੋਲ ਜਿਹੜਾ ਹੈਗਾ ਉਹ ਉਹਨਾਂ ਦੀ ਜਿੱਤ ਵਾਸਤੇ ਗਿਣਿਆ ਗਿਆ ਸੀਗਾ। ਸੋ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ, ਕੁਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਹੇਰਾ ਫੇਰੀਆਂ ਕੱਲੀਆਂ ਦੇਸ਼ ਦੇ ਪੱਧਰ ਤੇ ਨਹੀਂ ਨਾ, ਦੁਨੀਆ ਦੇ ਪੱਧਰ ਤੇ ਵੀ ਕਈ ਹੁੰਦੀਆਂ। ਸੋ ਪ੍ਰੋਫੈਸਰ ਸਾਹਿਬ, ਇੱਕ ਗੇਮ ਹੋਰ ਬੜੀ ਹਰਮਨ ਪਿਆਰੀ ਆ, ਸੌਕਰ ਜਾਂ ਫੁੱਟਬਾਲ ਜਿਹਨੂੰ ਕਹਿੰਦੇ ਆ, ਤੇ ਭਾਰਤ ਵਿੱਚ ਵੀ ਇਹਦਾ ਟੈਲੈਂਟ ਖਾਸ ਕਰਕੇ ਵੈਸਟ ਬੰਗਾਲ 'ਚ ਤੇ ਕੁਝ ਕੁ ਟੀਮ ਇੱਕ ਬਹੁਤ ਚੰਗੀਆਂ ਪੰਜਾਬ ਵਾਲੇ ਪਾਸਿਓਂ ਵੀ ਉੱਠੀਆਂ ਸੀਗੀਆਂ, ਜਿੱਦਾਂ ਜਗਜੀਤ ਟੈਕਸਟਾਈਲ ਵਗੈਰਾ ਸੀ, ਹਾਲਾਂਕਿ 올림픽 ਪੱਧਰ ਦੀਆਂ ਨਹੀਂ ਸੀਗੀਆਂ, ਪਰ ਇੱਕ ਕਿਰਨ ਆਸ ਦੀ ਜਗੀ ਸੀ ਕਿ ਜਿੱਦਾਂ ਗੜਸ਼ੰਕਰ ਏਰੀਏ ਦੇ ਵਿੱਚ ਮਾਲਪੁਰ ਵਗੈਰਾ ਜਿਹੜਾ ਵਾ ਉੱਥੇ ਮਤਲਬ ਖੇਡਿਆ ਜਾਂਦਾ ਆ। ਦੁਆਬੇ 'ਚ ਕਾਫੀ ਹਰਮਨ ਪਿਆਰਾ ਗੇਮ ਆ, ਔਰ ਵੈਸਟ ਬੰਗਾਲ 'ਚ ਉਧਰ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਤਵੱਜੋ ਨਹੀਂ ਦਿੱਤੀ ਗਈ ਕਿ ਫੁੱਟਬਾਲ ਦੇ ਵਿੱਚ ਵੀ ਭਾਰਤ ਕਿਤੇ ਜਿਹੜਾ ਵਾ ਉਹ ਬਾਕੀ ਦੁਨੀਆ ਦੇ ਮੁਕਾਬਲੇ 'ਚ ਆ ਸਕਦਾ ਸੀਗਾ। ਬਾਕੀ ਦੁਨੀਆ ਦੇ ਮੁਕਾਬਲੇ 'ਚ ਕੀ ਜੀ, ਜਿਹੜਾ ਜਰਨੈਲ ਸਿੰਘ ਆ ਉਹ 올림픽ਸ ਵਾਸਤੇ ਚੁਣਿਆ ਗਿਆ ਸੀਗਾ, ਔਰ ਜਿਹੜੇ ਬਾਕੀ ਵੀ ਖਿਡਾਰੀ ਹੈਗੇ ਆ ਉਹ ਕੋਈ ਘੱਟ ਟੈਲੈਂਟ ਨਹੀਂ ਹੈਗੇ। ਈਵਨ ਪੰਜਾਬ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ, ਈਵਨ ਕੇਰਲ ਦੇ ਵਿੱਚ, ਸਾਊਥ ਦੇ ਵਿੱਚ ਵੀ ਇਹ ਗੇਮ ਜਿਹੜੀ ਹੈਗੀ ਆ, ਪਰ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਔਰ ਇਹ ਵੀ ਜਿੱਦਾਂ ਕ੍ਰਿਕਟ ਜਿਹੜੀ ਆ ਉਹ ਇੱਕ ਕਮਰਸ਼ੀਅਲ ਗੇਮ ਬਣ ਗਈ ਨਾ, ਇਸੇ ਤਰ੍ਹਾਂ ਫੁੱਟਬਾਲ ਵੀ ਕਮਰਸ਼ੀਅਲ ਬਣਿਆ ਰਿਹਾ। ਹੁਣ ਤਾਂ ਉਹ ਵੀ ਕੋਈ ਬਹੁਤਾ ਦਰਜਾ ਨਹੀਂ ਹੈ। ਜਿੱਦਾਂ ਬੰਗਾਲ ਦੇ ਵਿੱਚ ਜਿਹੜਾ ਕਲੱਬਾਂ ਹੁੰਦੀਆਂ ਸੀਗੀਆਂ, ਵੈਸਟ ਬੰਗਾਲ ਸੀਗੀ, ਮੋਹਨ ਬਗਾਨ ਵਗੈਰਾ ਸੀਗੀ, ਇੱਥੇ ਆਪਣੇ ਲੀਡਰ ਸੀਗੀ, ਫਿਰ JCT ਫਗਵਾੜਾ ਦੀ ਟੀਮ ਸੀਗੀ। ਸੋ ਉਧਰੋਂ ਵੀ ਧਿਆਨ ਜਿਹੜਾ ਹੈਗਾ ਹਟਿਆ ਹੈਗਾ, ਔਰ ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਆ ਵੀ ਕ੍ਰਿਕਟ ਨੇ ਜਿੱਥੇ ਬਾਕੀ ਗੇਮਾਂ ਖਾਧੀਆਂ, ਉੱਥੇ ਨਾਲ ਦੀ ਨਾਲ ਸੌਕਰ ਨੂੰ ਯਾਨੀ ਕਿ ਫੁੱਟਬਾਲ ਨੂੰ ਵੀ ਖਾਧਾ ਹੈਗਾ। ਸੋ ਮੈਂ ਜਿੱਦਾਂ ਪਹਿਲਾਂ ਬੇਨਤੀ ਕੀਤੀ ਆ ਕਿ ਟੈਲੈਂਟ ਸਾਡੇ ਕੋਲ ਹਰ ਗੇਮ ਲਈ ਹੈਗਾ, ਸਿਰਫ ਗੱਲ ਜਿਹੜੀ ਆ ਉਹ ਸਿਸਟਮ ਡਿਵੈਲਪ ਕਰਨ ਦੀ ਆ, ਤੇ ਉਹ ਅਸੀਂ ਨਹੀਂ ਕਰ ਸਕੇ, ਇਸੇ ਕਰਕੇ ਆ। ਅਦਰਵਾਈਜ਼ ਦੇਖੋ 135 ਕਰੋੜ, ਹੁਣ ਤਾਂ 140 ਕਰੋੜ ਹੋ ਗਏ ਆ। 140 ਕਰੋੜ ਲੋਕਾਂ ਦੇ ਵਿੱਚੋਂ ਟੀਮਾਂ ਲੱਭਣੀਆਂ ਕੋਈ ਔਖੀਆਂ ਨਹੀਂ ਗੀਆਂ। ਕੁਆਂਟੀਟੀ ਸਾਡੇ ਕੋਲ ਬਹੁਤ ਜ਼ਿਆਦਾ ਹੈਗੀ ਆ, ਔਰ ਇਹ ਆਮ ਫਾਰਮੂਲਾ ਆ ਵੀ ਕੁਆਂਟੀਟੀ ਚੋਂ ਕੁਆਲਿਟੀ ਜਿਹੜੀ ਆ ਉਹ ਲੱਭਦੀ ਆ। ਤੇ ਇਸ ਕਰਕੇ ਨਾਲ ਦੀ ਨਾਲ ਇਹ ਵੀ ਆ ਵੀ ਇਕਨੋਮੀ ਜਦੋਂ ਕਿਸੇ ਦੇਸ਼ ਦੀ ਮਾੜੀ ਆ, ਅਸੀਂ ਗਰੀਬ ਦੇਸ਼ ਆ, ਤੇ ਗਰੀਬੀ ਦੇ ਵਿੱਚੋਂ ਗਰੀਬੀ ਨਾਲ ਹੀ ਅਸੀਂ ਖੋਜਲਦੇ ਰਹਿੰਦੇ ਆ, ਗਰੀਬੀ ਨਾਲ ਹੀ ਅਸੀਂ ਆਡਾ ਲਾਉਂਦੇ ਰਹਿੰਦੇ ਆ। ਸੋ ਬਾਕੀ ਗੱਲਾਂ ਜਿਹੜੀਆਂ ਉਹਨਾਂ 'ਚ ਅਸੀਂ ਪਿੱਛੇ ਰਹਿ ਜਾਂਦੇ ਆ, ਪਰ ਇਹਦੇ ਬਾਵਜੂਦ ਵੀ ਸਾਡੇ ਕੋਲ ਟੈਲੈਂਟ ਹੈ, ਸਭ ਕੁਝ ਹੈ। ਸੋ ਉਧਰ ਧਿਆਨ ਦੇਣ ਦੀ ਲੋੜ ਹੈ। ਪ੍ਰੋਫੈਸਰ ਸਾਹਿਬ, ਕਈ ਵਾਰ ਬੜੀ ਅਚੰਭੇ ਵਾਲੀਆਂ ਵੀ ਗੱਲਾਂ ਹੋ ਜਾਂਦੀਆਂ, ਜਿੱਦਾਂ ਪਾਕਿਸਤਾਨ ਵਰਗਾ ਕੰਟਰੀ ਆ, ਉਹ ਵੀ ਮਤਲਬ ਆਪਣੇ ਵਰਗੇ ਆ ਜੀ, ਗਰੀਬ ਕੰਟਰੀਆਂ ਦੇ ਆ ਅਸੀਂ ਸਾਰੇ, ਤੇ ਉੱਥੇ ਕਈ ਇੱਕ ਟੈਲੈਂਟ ਇਦਾਂ ਦਾ ਉੱਭਰ ਜਾਂਦਾ, ਇੱਕ ਕੋਈ ਜਹਾਂਗੀਰ ਨਾਂ ਦਾ, ਉਸ ਜਿਹੜੀ ਦੀਵਾਰ ਨੂੰ ਬਾਲ ਮਾਰਦੇ, ਸ਼ਾਇਦ ਉਹਨੂੰ ਸਕਾਚ ਕੀ ਕਿਹੜੀ ਗੇਮ ਹੁੰਦੀ ਆ, ਉਹ ਜਿਹੜੀ ਗੇਮਾਂ ਨੇ ਉਹ ਸਾਡੇ ਕਲਚਰ 'ਚ ਬਹੁਤਾ ਹਿੱਸਾ ਵੀ ਨਹੀਂ, ਮੇਰੇ ਖਿਆਲ ਯੂਰਪੀਅਨ ਗੇਮਾਂ ਨੇ, ਤੇ ਉਹਦੇ ਵਿੱਚ ਵੀ ਮਾਰ ਜਾਂਦੇ ਆ ਕਈ ਪਲੇਅਰ ਇੰਡੀਵਿਜੂਅਲ ਪੱਧਰ ਤੇ ਇਸ ਤਰੀਕੇ ਨਾਲ। ਉਹ ਕੀ ਹਾਲਾਤ ਬਣਦੇ ਆ ਕਿ ਕੋਈ ਵਿਅਕਤੀ ਦੇ ਵਿੱਚ ਇਨਬਿਲਟ ਹੁੰਦਾ, ਜਾਂ ਉਹਨੂੰ ਇਸ ਤਰ੍ਹਾਂ ਦੀ ਕੋਚਿੰਗ ਉਹਨੂੰ ਕਿੱਥੋਂ ਮਿਲ ਜਾਂਦੀ ਆ ਕਿ ਇੱਕ ਵਿਅਕਤੀ ਆਪਣੇ ਲੈਵਲ ਤੇ ਹੀ ਬਹੁਤ ਅੱਗੇ ਨਿਕਲ ਜਾਂਦਾ? ਇਹ ਗਿੱਲ ਸਾਹਿਬ ਐਕਸੈਪਸ਼ਨਸ ਆਪਾਂ ਕਹਿ ਸਕਦੇ ਹਾਂ ਕਿ ਇਹ ਅਪਵਾਦ ਨੇ, ਮਤਲਬ ਇਹ ਰੂਲ ਨਹੀਂ ਬਣ ਸਕਦਾ। ਰੂਲ ਤਾਂ ਹੀ ਆ ਕਿ ਸਿਸਟਮੈਟਿਕ ਢੰਗ ਨਾਲ ਜੇ ਚੱਲਿਆ ਜਾਵੇ
ਤਾਂ ਐਕਸੈਪਸ਼ਨਸ ਜਿਹੜੀਆਂ ਹੈਗੀਆਂ ਉਹ ਹੋ ਸਕਦੀਆਂ ਆ। ਤੇ ਜਿਹੜੀ ਤੁਸੀਂ ਉਹ ਜਹਾਂਗੀਰ ਵਾਲੀ ਗੱਲ ਕਰਦੇ ਹੋ, ਉਹ ਵੀ ਹੀ ਆਲਸੋ ਮੇ ਬੀ ਐਕਸੈਪਸ਼ਨ। ਤੋ ਇਦਾਂ ਦਾ ਟੈਲੈਂਟ ਕਈ ਵਾਰੀ ਕਿਤੇ ਹੋ ਜਾਂਦਾ ਜਿੱਥੇ ਉਹ ਬਿਨਾਂ ਕੋਚਿੰਗ ਤੋਂ ਆਪ ਮਿਹਨਤ ਕਰਕੇ ਲਰਨ ਕਰਕੇ ਕਰ ਲੈਂਦੇ ਹੈਗੇ ਆ। ਪਰ ਇਹ ਐਕਸੈਪਸ਼ਨਸ ਆਪਾਂ ਕਹਿ ਸਕਦੇ ਹਾਂ। ਇਹ ਇਟ ਕੈਨ ਨਾਟ ਬੀ ਅ ਰੂਲ ਤਾਂ ਇਹ ਆ ਕਿ ਜਦੋਂ ਟੀਮਾਂ ਤਿਆਰ ਕੀਤੀਆਂ ਜਾਣਗੀਆਂ, ਮਿਹਨਤ ਕੀਤੀ ਜਾਏਗੀ, ਤਾਂ ਉਹੀ ਜਿੱਤਣਗੀਆਂ। ਸੋ ਇਸ ਕਰਕੇ ਜਿੱਦਾਂ ਹੁਣ ਕਈ ਦੇਸ਼ ਜਿਹੜੇ ਆ ਉਹ ਜਿੱਦਾਂ ਪਾਕਿਸਤਾਨ ਵੀ ਕ੍ਰਿਕਟ ਤੇ ਹਾਕੀ ਤੇ ਜ਼ੋਰ ਦਿੰਦਾ ਰਿਹਾ ਹੈਗਾ। ਤੇ ਉਹਨਾਂ ਨੇ 2 ਟੀਮਾਂ ਹੀ ਜਿਹੜੀਆਂ ਡਿਵੈਲਪ ਕੀਤੀਆਂ ਸੀਗੀਆਂ, ਬਾਕੀ ਉਹਨਾਂ ਦੀਆਂ ਗੇਮ ਕੋਈ ਹੈ ਨਹੀਂ ਗੀਆਂ। ਸੋ ਇਦਾਂ ਹੀ ਹੋਰ ਵੀ ਦੇਸ਼ ਹੈਗੇ ਆ ਜਿਹੜੇ ਕਿਸੇ ਇੱਕ ਗੇਮ ਦੇ ਉੱਤੇ ਹੀ ਮਤਲਬ ਜ਼ੋਰ ਲਾਉਂਦੇ ਹੈਗੇ ਆ। ਸੋ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਐਕਸੈਪਸ਼ਨਸ ਵਾਲੀ ਗੱਲ ਹੈਗੀ ਆ, ਰੂਲ ਨਹੀਂ ਹੈ। ਬਿਲਕੁਲ ਪ੍ਰੋਫੈਸਰ ਸਾਹਿਬ, ਇੱਕ ਹੋਰ ਗੱਲ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਕਈ ਚੀਜ਼ਾਂ ਜਿਹੜੀਆਂ ਨੈਚੁਰਲ ਗੇਮ ਹੁੰਦੀਆਂ ਨੇ ਭਾਰਤ ਦੇ ਵਿੱਚ, ਖਾਸ ਕਰਕੇ ਪੰਜਾਬ ਵਾਲਾ ਏਰੀਆ ਜਾਂ ਪਾਕਿਸਤਾਨ ਵਾਲਾ ਪੰਜਾਬ ਜਾਂ ਆਪਣਾ ਪੰਜਾਬ, ਇਹਦੇ ਵਿੱਚ ਕੁਸ਼ਤੀਆਂ ਜਿਹੜੀਆਂ ਭਲਵਾਨ ਜਿਹੜੇ ਆ ਉਹਨਾਂ ਦੇ ਅਖਾੜੇ ਹੋਇਆ ਕਰਦੇ ਸੀ। ਅੰਮ੍ਰਿਤਸਰ ਵਿੱਚ ਹੀ 11-12 ਅਖਾੜੇ ਸੀਗੇ ਕਿਸੇ ਜ਼ਮਾਨੇ 'ਚ, ਤੇ ਇਹ ਇੱਕ ਨੈਚੁਰਲ ਟੈਲੈਂਟ ਸੀਗਾ ਭਲਵਾਨੀ ਵਾਲਾ। ਤੇ ਉਹਦੇ ਵਿੱਚ ਵੀ ਆਪਾਂ ਬਹੁਤ ਜ਼ਿਆਦਾ ਅੱਗੇ ਨਹੀਂ ਗਏ। ਚਲੋ ਹਰਿਆਣਾ ਭਾਵੇਂ ਪੰਜਾਬ ਦਾ ਹੀ ਕਿਸੇ ਜ਼ਮਾਨੇ 'ਚ ਹਿੱਸਾ ਸੀਗਾ, ਪਰ ਉਹ ਕਾਫੀ ਜ਼ਿਆਦਾ ਪਹਿਲਵਾਨ ਉਹਨਾਂ ਪੈਦਾ ਕੀਤੇ ਆ ਪੰਜਾਬ ਦੇ ਵਿੱਚ। ਤੇ ਪਾਕਿਸਤਾਨ ਵਾਲੇ ਪਾਸੇ ਵੀ ਕੋਈ ਨਾਮੀ ਪਹਿਲਵਾਨ ਹੁਣ ਨਹੀਂ ਦੇਦਾ। ਪੁਰਾਣੇ ਜ਼ਮਾਨਿਆਂ ਦੀਆਂ ਗੱਲਾਂ ਹੀ ਕਰਦੇ ਆ, ਗਾਮਾ ਪਹਿਲਵਾਨ, ਫਲਾਣਾ ਪਹਿਲਵਾਨ ਉਹ ਨਿਕਲੇ ਸੀਗੇ ਜੀ, ਰੁਸਤਮੇ ਹਿੰਦ। ਤੇ ਹੁਣ ਉਹ ਗੇਮਾਂ ਵੀ ਕਿਤੇ ਨਾ ਕਿਤੇ ਬਹੁਤ ਪਛੜ ਗਈਆਂ। ਇੰਡੀਵਿਜੂਅਲ ਗੇਮ ਨੇ ਉਹਦੇ ਤੇ ਜੇ ਮਤਲਬ ਤਿਆਰੀ ਕਰਾ ਕੇ ਟਾਈਮ ਦਿੱਤਾ ਜਾਵੇ, ਜਿੱਦਾਂ ਕਰਤਾਰ ਭਲਵਾਨ ਸੀ, ਬਾਅਦ 'ਚ ਉਹਨਾਂ ਦਾ ਭਤੀਜਾ ਧੀਰਾ, ਤੇ ਇਸ ਤਰ੍ਹਾਂ ਮਤਲਬ ਕਰ ਰਹੇ ਸੀਗੇ। ਤੇ ਹੁਣ ਉਹ ਹੌਲੀ ਹੌਲੀ ਉਹ ਵੀ ਚੀਜ਼ ਜਿਹੜੀ ਆ ਉਹ ਨਿਕਲਦੀ ਜਾ ਰਹੀ ਹੈ ਸਾਡੇ ਚੇਤਿਆਂ 'ਚੋਂ। ਬਿਲਕੁਲ ਇਸ ਕਰਕੇ ਨਿਕਲਦੀ ਜਾ ਰਹੀ ਹੈ ਜੀ। ਪਹਿਲੀ ਗੱਲ ਤਾਂ ਇਹ ਕਿ ਸਾਡੇ ਸਿਸਟਮ ਦਾ ਖੇਡਾਂ ਵੱਲ ਕੋਈ ਧਿਆਨ ਨਹੀਂ ਹੈ, ਸਰਕਾਰਾਂ ਦਾ ਧਿਆਨ ਬਿਲਕੁਲ ਨਹੀਂ ਹੈਗਾ। ਉਹ ਕਰਦੇ ਕੀ, ਸਰਕਾਰਾਂ ਕਰਦੀਆਂ ਕੀ ਆ ਵੀ ਜਿਹੜਾ ਜਿੱਤ ਕੇ ਆਉਂਦਾ ਉਹਨੂੰ ਅਸੀਂ ਆਹ ਦੇ ਦਿਆਂਗੇ। ਇਹ ਚੰਗੀ ਗੱਲ ਹੈ ਉਹਨਾਂ ਨੂੰ ਦੇਣਾ, ਪਰ ਸਵਾਲ ਇਹ ਆ ਵੀ ਉਹਨਾਂ ਨੂੰ ਸ਼ੁਰੂ ਤੋਂ ਤਿਆਰ ਕਰਨਾ ਜਿਹੜਾ ਹੈਗਾ ਉਹ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਹੈਗੀ ਆ ਕਿ ਕਿਵੇਂ ਟੈਲੈਂਟ ਜਿਹੜਾ ਉਹਨੂੰ ਅਸੀਂ ਹੰਟ ਕਰਨਾ ਹੈਗਾ, ਕਿਵੇਂ ਡਿਵੈਲਪ ਕਰਨਾ ਹੈਗਾ। ਹੁਣ ਜੇ ਕੋਈ ਜਿੱਤ ਕੇ ਆ ਗਿਆ ਤਾਂ ਮਤਲਬ ਸਾਰਾ ਖਰਚਾ ਆਪਣੇ ਕੋਲੋਂ ਕਰਕੇ, ਕੋਚ ਦਾ ਵੀ ਖਰਚਾ ਕੀਤਾ, ਆਪਣਾ ਵੀ ਕੀਤਾ, ਖੁਰਾਕ ਦਾ ਵੀ ਕੀਤਾ। ਇਹ ਕਰਨ ਦੀ ਬਜਾਏ ਜ਼ਰੂਰਤ ਹੈਗੀ ਹੈ ਟੈਲੈਂਟ ਲੱਭਣ ਦੀ। ਇਹ ਠੀਕ ਹੈ ਗੱਲ ਕਿ ਪੰਜਾਬ ਦੇ ਵਿੱਚ, ਲਹਿੰਦੇ ਪੰਜਾਬ 'ਚ ਵੀ ਔਰ ਚੜ੍ਹਦੇ ਪੰਜਾਬ ਦੇ ਵਿੱਚ ਵੀ ਭਲਵਾਨੀ ਜਿਹੜੀ ਆ ਉਹ ਇੱਕ ਨੈਚੁਰਲ ਟੈਲੈਂਟ ਸੀਗਾ ਇਹਨਾਂ ਸਟੇਟਾਂ ਦੇ ਵਿੱਚ। ਤੇ ਹੁਣ ਇਹਨਾਂ ਦੇ ਪਛੜਨ ਦੇ ਮੈਂ 2 ਕਾਰਨ ਸਮਝਦਾ। ਇੱਕ ਤਾਂ ਜਵਾਨੀ ਵੈਸੇ ਹੀ ਪੰਜਾਬ ਦੀ ਰੁਲ ਗਈ ਆ, ਨਸ਼ਿਆਂ ਕਰਕੇ ਰੁਲ ਗਈ ਆ, ਕੁਝ ਬੇਰੁਜ਼ਗਾਰੀ ਕਰਕੇ ਰੁਲ ਗਈ ਆ। ਤੇ ਜਿਹੜੇ ਨਸ਼ਿਆਂ 'ਚ ਪੈ ਗਏ ਉਹ ਖਤਮ ਹੋ ਗਏ, ਤੇ ਬੇਰੁਜ਼ਗਾਰੀ ਕਰਕੇ ਜਿਹੜੇ ਆ ਉਹ ਨੌਜਵਾਨ ਬਾਹਰ ਨੂੰ ਭੱਜਦੇ ਆ। ਔਰ ਹੁਣ ਪਿੰਡਾਂ ਦੇ ਵਿੱਚ ਤੁਹਾਨੂੰ ਕੋਈ ਨਰੋਆ ਕੁੜੀ ਮੁੰਡਾ ਜਿਹੜੇ ਲੱਭ ਪਵੇ ਜੇ ਤੁਸੀਂ ਕਿਸੇ ਘਰ ਦੇ ਵਿੱਚ, ਤੇ ਫਿਰ ਉਹਨੂੰ ਖੁਸ਼ਕਿਸਮਤ ਤੁਸੀਂ ਕਹੋ। ਨਹੀਂ ਤੇ ਘਰ ਜੇ ਨਸ਼ੇ ਨਹੀਂ ਤਾਂ ਬੇਕਾਰੀ ਜਿਹੜੀ ਆ, ਬੇਰੁਜ਼ਗਾਰੀ ਆ, ਉਹਨੇ ਭੰਨੇ ਆ। ਔਰ ਬੇਰੁਜ਼ਗਾਰੀ ਵੀ ਨਸ਼ਿਆਂ ਦਾ ਇੱਕ ਕਾਰਨ ਬਣਦੀ ਹੈਗੀ ਆ। ਜਦੋਂ ਬੰਦਾ ਬੇਰੁਜ਼ਗਾਰ ਰਹਿੰਦਾ ਤਾਂ ਉਹ ਢੈਂਦੀ ਕਲਾ ਦੇ ਵਿੱਚ ਜਾਂਦਾ, ਢੈਂਦੀ ਕਲਾ ਦੇ ਵਿੱਚ ਜਾ ਕੇ ਉਹ ਨਸ਼ੇ ਦਾ ਸਹਾਰਾ ਲੈਂਦਾ। ਸੋ ਇਦਾਂ ਕਰਕੇ ਜਿਹੜੀ ਜਵਾਨੀ ਹੈਗੀ ਆ ਚੜ੍ਹਦੇ ਪੰਜਾਬ ਦੀ, ਆਪਾਂ ਤਾਂ ਕਹਿ ਸਕਦੇ ਹਾਂ, ਲਹਿੰਦੇ ਪੰਜਾਬ ਦੇ ਬਾਰੇ ਸਾਨੂੰ ਡਾਇਰੈਕਟ ਐਕਸਪੀਰੀਅੰਸ ਨਹੀਂ ਹੈ। ਸੋ ਇਹ ਕਾਰਨ ਆ ਬਈ ਕਿ ਹੁਣ ਕੋਈ ਟੈਲੈਂਟ ਜਿਹੜਾ ਉਹ ਨਿਕਲ ਨਹੀਂ ਰਿਹਾ, ਔਰ ਖਿਡਾਰੀਆਂ ਦੀ ਬਹੁਤੀ ਕਦਰ ਵੀ ਨਹੀਂ ਪੈਂਦੀ ਹੈਗੀ। ਇਸ ਕਰਕੇ ਜੇ ਕੋਈ ਬਹੁਤ ਟੌਪ ਦਾ ਖਿਡਾਰੀ ਆ ਉਹਦੀ ਕਦਰ ਪੈ ਜਾਂਦੀ ਆ, ਆਮ ਖਿਡਾਰੀਆਂ ਦੀ ਕਦਰ ਨਹੀਂ ਪੈਂਦੀ। ਤੇ ਫਿਰ ਇਧਰਲੇ ਪਾਸੇ ਪੈਣ ਨੂੰ ਨਾ ਮਾਪੇ ਕੋਈ ਤਰਜੀਹ ਦਿੰਦੇ ਆ ਤੇ ਨਾ ਹੀ ਕੋਈ ਨੌਜਵਾਨ ਤਰਜੀਹ ਦਿੰਦੇ ਆ। ਜੀ ਪ੍ਰੋਫੈਸਰ ਸਾਹਿਬ, ਤੁਸੀਂ ਕਹਿੰਦੇ ਕਦਰ ਨਹੀਂ ਪੈਂਦੀ, ਪਰ ਕਈ ਵਾਰ ਇਦਾਂ ਹੁੰਦਾ। ਇੱਕ ਹੋਰ ਗੇਮ ਦਾ ਵੀ ਆਪਾਂ ਜ਼ਿਕਰ ਕਰ ਲਈਏ। ਹੁਣ ਅੱਜ ਓਲੰਪਿਕ ਦੀਆਂ ਗੱਲਾਂ ਚੱਲੀਆਂ, ਖੇਡਾਂ ਦੀਆਂ ਚੱਲੀਆਂ, ਚੰਗਾ ਲੱਗਿਆ ਟੌਪਿਕ, ਵਧੀਆ, ਤੁਹਾਨੂੰ ਕਾਫੀ ਇਹਦੇ ਬਾਰੇ ਜਾਣਕਾਰੀ ਆ। ਪੰਜਾਬੀਆਂ ਦੀ ਮਾਂ ਖੇਡ ਅਸੀਂ ਕਹਿੰਦੇ ਆ ਕਬੱਡੀ, ਤੇ ਕਬੱਡੀ ਵੱਲ ਤਵੱਜੋ ਬਹੁਤ ਦਿੱਤੀ ਗਈ ਆ। ਤੇ ਕਬੱਡੀ ਦੇ ਜਿਹੜੇ ਨਾਮੀ ਖਿਡਾਰੀ ਹੁੰਦੇ ਸੀ ਉਹਨਾਂ ਨੂੰ ਮਾਣ ਸਨਮਾਨ ਵੀ ਬੜੇ, ਜਦੋਂ ਆਉਂਦੇ ਸੀਗੇ ਕੈਨੇਡਾ, ਅਮਰੀਕਾ, ਤੇ ਡਾਲਰਾਂ ਨਾਲ ਉਹਨਾਂ ਨੂੰ ਮਤਲਬ ਨਿਹਾਲ ਕਰ ਦਿੱਤਾ ਜਾਂਦਾ ਸੀ ਲੋਕਾਂ ਵੱਲੋਂ। ਤੇ ਜਿਹੜੀਆਂ ਕਬੱਡੀ ਦੀਆਂ ਫੈਡਰੇਸ਼ਨ ਬਣੀਆਂ ਨੇ ਉਹਨਾਂ 'ਚ ਆਪੋ 'ਚ ਕੰਪੀਟੀਸ਼ਨ ਦੀ ਇੱਕ ਹੋੜ ਸੀ ਕਿ ਅਸੀਂ ਵਧੀਆ ਤੋਂ ਵਧੀਆ ਖਿਡਾਰੀ ਚੁਣ ਕੇ ਲਿਆਉਣੇ ਆ ਤੇ ਝੰਡੀ ਗੱਡਣੀ ਆ। ਤੇ ਮੈਨੂੰ ਲੱਗਦਾ ਕਿ ਯਾਰ ਜ਼ਿਆਦਾ ਤਵੱਜੋ ਵੀ ਖਿਲਾੜੀਆਂ ਨੂੰ ਖਰਾਬ ਤਾਂ ਨਹੀਂ ਕਰ ਦਿੰਦੀ ਨਸ਼ਿਆਂ ਵਾਲਾ ਪਾਸਾ? ਕਬੱਡੀ 'ਚ ਜਿਹੋ ਜਿਹੇ ਇਲਜ਼ਾਮ ਲੱਗਦੇ ਨੇ, ਜਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ,
ਤੇ ਜਿਵੇਂ ਬਾਜ਼ਾਰ ਦੀ ਇੱਕ ਸ਼ੈ ਬਣਾਇਆ ਗਿਆ ਕਬੱਡੀ ਨੂੰ, ਪਿੱਛੇ ਅਕਾਲੀ ਗਵਰਨਮੈਂਟ ਨੇ ਵੀ ਕੁਝ, ਇੱਕ ਵਾਰੀ ਤੁਹਾਨੂੰ ਯਾਦ ਹੋਣਾ ਪ੍ਰਗਟ ਸਿੰਘ ਇੱਥੇ ਆਏ ਸੀ ਤੇ ਇੱਕ ਪ੍ਰੈਸ ਕਾਨਫਰੰਸ ਹੋਈ ਸੀਗੀ, ਉਹਨਾਂ ਨੂੰ ਕਬੱਡੀ ਦੀ ਗੇਮ ਦਾ ਇੰਚਾਰਜ ਬਣਾਇਆ ਗਿਆ ਸੀ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਹਾਕੀ ਦੇ ਜੇ ਤੇ ਹਾਕੀ ਦਾ ਟੈਲੈਂਟ ਪੰਜਾਬ 'ਚ ਬਹੁਤ ਆ ਤੇ ਕਿਉਂ ਨਹੀਂ ਤੁਸੀਂ ਹਾਕੀ ਵਾਲੇ ਪਾਸੇ ਗਏ? ਉਹ ਕਹਿੰਦੇ ਜੀ ਗਵਰਨਮੈਂਟ ਦੀ ਤਰਜੀਹ ਆ, ਮਤਲਬ ਜਿੱਦਾਂ ਮੈਨੂੰ ਡਿਊਟੀ ਲਾਈ ਆ, ਉਹ ਆਏ ਵੀ ਇਸੇ ਚੀਜ਼ ਨੂੰ ਪ੍ਰਮੋਟ ਕਰਨ ਸੀ। ਉਦੋਂ ਕਬੱਡੀ ਵਾਸਤੇ ਕੁਝ ਇਹਨਾਂ ਨੇ ਇਸ ਤਰ੍ਹਾਂ ਦਾ ਸੋਚਿਆ ਸੀ ਕਿ ਉਹਦੀਆਂ ਵੀ ਜਿੱਦਾਂ IPL ਕ੍ਰਿਕਟ ਦੀ ਹੁੰਦੀ ਹੈ ਇਸ ਤਰ੍ਹਾਂ ਦਾ ਕੁਝ ਕੀਤਾ ਜਾਵੇ। ਤੇ ਕਬੱਡੀ 'ਚ ਤਵੱਜੋ ਵੀ ਮਿਲੀ ਆ, ਪੈਸਾ ਵੀ ਮਿਲਿਆ ਆ, ਵੱਡੇ ਖਿਡਾਰੀਆਂ ਦਾ ਨਾਂ ਵੀ ਬਣਿਆ। ਆਪਾਂ ਹੁਣ ਤੱਕ ਕਈਆਂ ਖਿਡਾਰੀਆਂ ਦਾ ਮੈਂ ਖੇਡਿਆ ਨਹੀਂ ਕਦੀ, ਨਾਂ ਯਾਦ ਹੈ ਮੈਨੂੰ, ਪਰ ਉਹਦੇ ਕਮੈਂਟਰੀ ਕਰਨ ਵਾਲੇ ਵੀ ਬੜੇ ਲੋਕ ਸੀਗੇ ਤੇ ਉਹਦੇ ਦੇ ਵਿੱਚ ਵੀ ਕੋਈ ਪ੍ਰਾਪਤੀ ਨਹੀਂ। ਕਿਹਾ ਜਾਂਦਾ ਸੀ ਕਿ ਉਹਨੂੰ 올림픽 'ਚ ਲੈ ਕੇ ਜਾਵਾਂਗੇ ਤੇ ਉੱਥੇ ਵੀ ਆਪਾਂ ਹੌਲੀ ਹੌਲੀ ਮਤਲਬ ਨਸ਼ਿਆਂ 'ਚ ਗਲਤਾਨ ਹੋ ਗਏ। ਉੱਥੇ ਤੇ ਆਪਾਂ ਨਹੀਂ ਨਾ ਕਮਜ਼ੋਰੀ ਕਹਿ ਸਕਦੇ ਕਿ ਉੱਥੇ ਪੈਸਾ ਨਹੀਂ ਸੀ ਜਾਂ ਤਵੱਜੋ ਨਹੀਂ ਸੀ ਜਾਂ ਉਹ ਖਿਡਾਰੀਆਂ ਨੂੰ ਮਾਣ ਸਨਮਾਨ ਨਹੀਂ ਮਿਲਿਆ। ਉੱਥੇ ਜਿਹੜੇ ਵੱਡੇ ਵੱਡੇ ਇਨਾਮ ਰੱਖੇ ਨਾ ਜੀ, ਉਹਨਾਂ ਨੇ ਖਿਡਾਰੀਆਂ ਨੂੰ ਖਰਾਬ ਕੀਤਾ। ਇਹ ਤਾਂ ਫਿਰ ਤਸਵੀਰ ਦੇ ਦੋਵੇਂ ਪਾਸੇ ਹੋ ਗਏ ਨਾ ਪ੍ਰੋਫੈਸਰ ਸਾਹਿਬ, ਜੇ ਇਨਾਮ ਦਿੱਤਿਆਂ ਵੀ ਖਰਾਬ ਹੁੰਦੇ ਆ ਨਹੀਂ ਮੈਂ ਤੇ ਨਾਮ ਨਾ ਮਿਲ ਕਰਕੇ ਵੀ ਖਰਾਬ ਹੋ ਜਾਂਦਾ ਕੰਮ। ਪਹਿਲਾਂ ਗੱਲ ਸੁਣ ਤਾਂ ਲਓ ਨਾ। ਹਾਂਜੀ, ਉਹ ਸਾਰਿਆਂ ਨੂੰ ਨਹੀਂ ਨਾ ਮਿਲੇ ਹੈਗੇ। ਹਾਂਜੀ, ਉਹ ਚਾਹੁੰਦੇ ਕਿ ਖਿਡਾਰੀਆਂ ਨੂੰ ਮਿਲੇ ਹੈਗੇ ਆ। ਔਰ ਕਈ ਤਾਂ ਇਦਾਂ ਵੀ ਕਰਦੇ ਰਹੇ ਕਿ ਇਹ ਪੰਜਾਬ ਦਾ ਇੱਕ ਖਿਡਾਰੀ ਜਿਹੜਾ ਉਹ ਬੜਾ ਤਗੜਾ ਰੇਡਰ ਸੀਗਾ ਤੇ ਉਹ ਕੀ ਕਰਦਾ ਸੀਗਾ ਵੀ 7-8 ਮੁੰਡੇ ਹੋਰ ਨਾਲ ਸਧਾਰਨ ਪਾ ਲੈਂਦਾ ਸੀਗਾ ਤੇ ਰੇਡਾਂ ਉਹ ਕੱਲਾ ਹੀ ਪਾਈ ਜਾਂਦਾ ਸੀਗਾ ਤੇ ਇੱਕ ਅੱਧਾ ਜਾਫੀ ਲੈ ਆਉਂਦੇ ਸੀਗੇ ਤੇ ਉਹ ਜਿਹੜਾ ਇਨਾਮ ਮਿਲਣਾ ਉਹਦੇ 2 ਜਣੇ ਲੈ ਜਾਂਦੇ ਸੀਗੇ ਨਾ। ਫਿਰ ਜਿਹੜਾ ਮਤਲਬ ਲੈ ਕੇ ਆਇਆ ਨਾ ਖਿਡਾਰੀ, ਉਹਨੇ ਕਹਿਣਾ ਵੀ ਦੇਖੋ ਇਹ ਟੀਮ ਤਾਂ ਮੈਂ ਖੜੀ ਹੈਗੀ ਆ। ਸੋ ਇਹ 'ਚ ਬਹੁਤ ਸਾਰੀਆਂ ਗੱਲਾਂ ਹੈਗੀਆਂ। ਕਬੱਡੀ ਨੇ ਹੋਰ ਵੀ ਕਈ ਜਿਹੜੇ ਆ ਨਾ ਦੁਸ਼ਪ੍ਰਭਾਵ ਵੀ ਖੇਡਾਂ ਦੇ ਉੱਤੇ ਪਾਏ ਹੈਗੇ ਆ ਔਰ ਇਹਨਾਂ ਦੇ ਵਿੱਚ ਉਹਨਾਂ ਨੇ ਗਿਣਤੀ ਦੇ ਖਿਡਾਰੀ ਸੀਗੇ ਕਿ ਇਹੀ ਖੇਡਣਗੇ ਔਰ ਹੋਰ ਕਿਸੇ ਨੂੰ ਟੀਮ ਦੇ ਵਿੱਚ ਆਉਣ ਵੀ ਨਹੀਂ ਦੇਣਾ ਤੇ ਡਿਵੈਲਪ ਵੀ ਨਹੀਂ ਹੋਣ ਦੇਣਾ। ਸੋ ਜਿਹੜੀ ਨੈਸ਼ਨਲ ਸਟਾਈਲ ਕਬੱਡੀ ਆ ਨਾ, ਉਹ ਕੋਸ਼ਿਸ਼ ਕਰਕੇ ਏਸ਼ੀਅਨ ਖੇਡਾਂ ਦੇ ਵਿੱਚ ਪਾਈ ਹੈਗੀ ਆ। ਉਹਦੀ ਸ਼ਰਤ ਹੁੰਦੀ ਆ ਵੀ ਇੰਨੇ ਦੇਸ਼ ਜਿਹੜੇ ਆ ਉਹ ਇਹ ਖੇਡਦੇ ਹੋਣ। ਤੇ ਜਿਹੜੀ ਸਰਕਲ ਸਟਾਈਲ ਕਬੱਡੀ ਆ, ਜਿਹਨੂੰ ਆਪਾਂ ਅਸਲੀ ਕਬੱਡੀ ਗਿਣਦੇ ਆ, ਪੰਜਾਬ ਸਟਾਈਲ ਕਬੱਡੀ ਜਿਹੜੀ ਹੁੰਦੀ ਸੀ ਪਹਿਲਾਂ ਵਾਲੀ, ਸਟਾਈਲ ਕਬੱਡੀ ਜਿਹਨੂੰ ਕਹਿੰਦੇ ਆ, ਸਰਕਲ ਸਟਾਈਲ ਵੀ ਕਹਿੰਦੇ ਆ। ਹਾਂਜੀ, ਤੇ ਉਹ ਤੇ ਜਾਂ ਇੰਡੀਆ ਖੇਡਦਾ ਤੇ ਜਾਂ ਪਾਕਿਸਤਾਨ ਖੇਡਦਾ ਜਾਂ ਇਧਰੋਂ ਜ਼ੋਰ-ਜ਼ਾਰ ਲਾ ਕੇ ਤੇ ਕੋਈ ਈਰਾਨ ਤੋਂ ਪਹਿਲਵਾਨਾਂ ਦੀ ਟੀਮ ਹੀ ਕਬੱਡੀ ਦੀ ਟੀਮ ਬਣਾ ਲਈ ਜਾਂਦੀ ਆ। ਸੋ ਇਸ ਕਰਕੇ ਜਿਹੜਾ ਉਹ ਬੰਦਾ ਕਹਿੰਦਾ ਸੀ ਨਾ ਵੀ ਅਸੀਂ ਕਬੱਡੀ ਦੀ ਖੇਡ ਨੂੰ 올림픽 ਤੱਕ ਲੈ ਕੇ ਜਾਣਾ, ਉਹਨੇ ਆਪਣੇ ਰਾਜ ਦੇ ਵਿੱਚ ਜਿਹੜੇ ਵਿਸ਼ਵ ਕੱਪ ਕਬੱਡੀ ਦੇ ਪੰਜਾਬ 'ਚ ਕਰਾਏ ਆ ਨਾ, ਉਹਨਾਂ ਦੇ ਹੋਟਲਾਂ ਦੇ ਬਿੱਲ, ਹੋਰ ਕਈ ਬਿੱਲ ਅਜੇ ਤੱਕ ਦੇਣ ਵਾਲੇ ਆ। ਉਹ ਰੋਂਦੇ ਫਿਰਦੇ ਆ ਕਿ ਨਾਲ ਦੀ ਨਾਲ ਉੱਥੇ ਕਬੱਡੀ ਦਾ ਮੈਚ ਹੋਣਾ ਤੇ ਉਹਦੇ 'ਚ ਕੋਈ ਨੱਚਣ ਵਾਲੀ ਜਿਹੜੀ ਆ ਉਹ ਫਿਲਮ ਸਟਾਰ ਲੈਣ ਦੀ, ਕੋਈ ਫਿਲਮ ਸਟਾਰ ਲੈਣ ਦਾ, ਤੇ ਉਹੀ ਬੰਦਾ ਜਿਹੜਾ ਉਹ ਕਹਿੰਦਾ ਸੀਗਾ ਵੀ 올림픽 ਤੱਕ ਲਿਜਾਵਾਂਗੇ। ਤੇ ਉਹ ਬੰਦਾ ਉਹੀ ਹੈ ਜਿਹੜਾ ਕਹਿੰਦਾ ਇਹ ਪਾਣੀ ਦੇ ਵਿੱਚ ਵੀ ਬੱਸਾਂ ਚਲਾ ਦੇਵਾਂਗੇ। ਸੋ ਇਸ ਕਰ ਪ੍ਰਮੋਸ਼ਨ ਲਈ ਤੇ ਵੇਖੋ ਪ੍ਰੋਫੈਸਰ ਸਾਹਿਬ, ਜਦੋਂ ਕ੍ਰਿਕਟ ਦਾ ਵੀ ਆਪਾਂ ਗੱਲ ਕਰਦੇ ਹਾਂ ਤੇ ਉਹ ਚੀਅਰ ਗਰਲਸ ਹੁੰਦੀਆਂ ਨੇ, ਮਤਲਬ ਜੇ ਲੋਕਾਂ ਨੂੰ ਅਟਰੈਕਟ ਕਰਨਾ ਤੇ ਉਹਦੀ ਇੱਕ ਸਟ੍ਰੈਟਜੀ ਵੀ ਹੋ ਸਕਦੀ ਆ। ਜਿਹੜੀ ਮੈਨੇਜਮੈਂਟ ਦੇ ਉਹ ਮਾਹਰ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਤੇ ਨਾਲੇ ਜੇ ਬਹੁਤ ਵੱਡਾ ਕੋਈ ਈਵੈਂਟ ਕੀਤਾ ਜਾਵੇ, ਬਹੁਤ ਵੱਡਾ ਨੰਬਰ ਕੀਤਾ ਜਾਵੇ ਤਾਂ ਉਹ 'ਚ ਪੈਸੇ ਵੀ ਵੱਧ ਫਿਰ ਕਮਾਉਣ ਨੂੰ ਵੀ ਹੁੰਦੇ ਆ ਤੇ ਖਰਚਣ ਨੂੰ ਵੀ ਹੁੰਦੇ ਆ। ਉਹਦੇ 'ਚ ਇਦਾਂ ਆ ਗਿੱਲ ਸਾਹਿਬ ਕਿ ਚੀਅਰ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈ, ਪਰ 2 ਗੇਮਾਂ ਜਿਹੜੀਆਂ ਨਾ, ਫੁੱਟਬਾਲ ਬੰਗਾਲ ਦੇ ਵਿੱਚ ਬਹੁਤ ਪਾਪੂਲਰ ਆ ਤੇ ਕਬੱਡੀ ਪੰਜਾਬ 'ਚ ਬਹੁਤ ਪਾਪੂਲਰ ਆ। ਫੁੱਟਬਾਲ ਦੀਆਂ ਕਿਸੇ ਪਾਰਕ ਦੇ ਵਿੱਚ ਕੋਈ ਨਿੱਕੀਆਂ ਨਿਆਣਿਆਂ ਦੀਆਂ ਟੀਮਾਂ ਵੀ ਕਿੱਕਾਂ ਮਾਰਨ ਰਹੀਆਂ ਹੋਣ ਨਾ, ਤੇ ਉੱਥੇ ਬੰਗਾਲੀ ਆਲੇ ਦੁਆਲੇ ਵੇਖ ਕੇ ਖੜੇ ਹੋ ਜਾਂਦੇ ਆ ਵੇਖਣ ਲਈ। ਪੰਜਾਬ ਦੇ ਵਿੱਚ 5-7 ਮੁੰਡੇ ਜੇ ਲੀੜੇ ਲਾ ਕੇ ਕਿਤੇ ਮੈਦਾਨ 'ਚ ਉਤਰੇ ਆ ਨਾ, ਤੇ ਆਲੇ ਦੁਆਲੇ ਭੀੜ ਲੱਗ ਜਾਂਦੀ ਆ। ਉਹਨਾਂ ਨੂੰ ਚੀਅਰ ਗਰਲਸ ਦੀ ਜਾਂ ਚੀਅਰ ਬॉयਜ਼ ਦੀ ਲੋੜ ਨਹੀਂ ਪੈਂਦੀ। ਉਹ ਹੋ ਸਕਦਾ ਜਿੱਦਾਂ ਤੁਸੀਂ ਦੱਸਿਆ ਵੀ ਕੋਈ ਉਹਨਾਂ ਦੇ ਹੋਰ ਮਕਸਦ ਹੋਣਗੇ। ਸੋ ਇਸ ਕਰਕੇ ਜਿਹੜੀ ਕਬੱਡੀ 올림픽ਸ ਦੇ ਵਿੱਚ ਪਹੁੰਚਾਉਣੀ ਆ, ਉਹ ਐਵੇਂ ਖਾਮ ਖਿਆਲੀ ਵਾਲੀ ਗੱਲ ਹੈਗੀ ਆ। ਜੀ ਜੀ ਪ੍ਰੋਫੈਸਰ ਸਾਹਿਬ, ਕਾਫੀ ਸਪੋਰਟਸ ਦੀਆਂ ਗੱਲਾਂ ਹੋਈਆਂ। ਇੱਕ ਚੀਜ਼ ਮੇਰੇ ਦਿਮਾਗ ਚੋਂ ਨਿਕਲ ਜਾਣੀ ਸੀਗੀ, ਇੱਕ ਭਾਰਤੀ ਮੁੱਕੇਬਾਜ਼ ਲਵਲੀਨਾ ਵੀ ਹੈ ਜੀ ਜਿਹੜੀ ਸੈਮੀਫਾਈਨਲ 'ਚ ਪ੍ਰਵੇਸ਼ ਕਰ ਗਈ ਆ। ਉਹਨੇ ਵੀ ਤਗਮਾ ਪੱਕਾ ਕਰ ਲਿਆ ਆਪਣਾ, ਤੇ ਮਤਲਬ ਮੁੱਕੇਬਾਜ਼ੀ ਵਿੱਚ ਵੀ ਭਾਰਤ ਕਿਤੇ ਨਾ ਕਿਤੇ ਕੋਈ ਨਾ ਕੋਈ ਤਗਮਾ ਜ਼ਰੂਰ ਲੈ ਕੇ ਆਏਗਾ। ਉਹ ਲਵਲੀਨਾ ਨਾਂ ਦਾ ਪਲੇਅਰ ਜਿਹੜੀ ਆ ਉਹਦੀ ਅਸੀਂ ਜ਼ਿਕਰ ਨਹੀਂ ਕਰ ਸਕੇ ਸੀਗੇ, ਤੇ ਮੈਂ ਕਿਹਾ ਉਹ ਵੀ ਕਰਨਾ ਜ਼ਰੂਰੀ ਬਣਦਾ।
ਨਹੀਂ, ਅਸੀਂ ਉਹਨੂੰ ਸ਼ਾਬਾਸ਼ ਦਿੰਦੇ ਆ ਜੀ। ਮਤਲਬ ਅਸੀਂ ਆਪਣੇ ਵੱਲੋਂ ਉਹਦੀ ਹੌਸਲਾ ਅਫਜ਼ਾਈ ਕਰਦੇ ਆ। ਮਤਲਬ ਜ਼ਿਕਰ ਕਰਨ ਜਾਂ ਨਾ ਕਰਨ ਵਾਲੀ ਤੇ ਕੋਈ ਗੱਲ ਨਹੀਂ ਹੈ। ਰੇਡੀਓ ਪੰਜਾਬੀ ਦੁਨੀਆ ਉਹਦਾ ਨਾਂ ਐਵੇਂ ਨਹੀਂ ਹੈ। ਉਹ ਹਰ ਕਿਸਮ ਦੀ ਪੰਜਾਬੀਆਂ ਦੀ ਦੁਨੀਆ ਜਿਹੜੀ ਆ ਉਹਦੀ ਪ੍ਰਮੋਸ਼ਨ ਵਾਸਤੇ ਕਮਿਟਡ ਆ। ਬਿਲਕੁਲ, ਥੈਂਕ ਯੂ ਵੈਰੀ ਮਚ ਪ੍ਰੋਫੈਸਰ ਸਾਹਿਬ। ਇੱਕ ਖਬਰ ਮੈਂ ਤੁਹਾਡੇ ਨਾਲ ਉਹਦਾ ਕਰਨੀ ਸੀਗੀ, ਸਮਾਂ ਅੱਜ ਸਮਾਪਤ ਹੋ ਗਿਆ। ਕੇਰਲਾ 'ਚ ਆਪਾਂ ਸਿਫਤਾਂ ਕਰਦੇ ਆਉਂਦੇ ਆ ਬੜੇ ਦਿਨਾਂ ਦੀਆਂ ਵੀ ਕੇਰਲਾ 'ਚ ਬੜੀ ਅੱਛੀ ਸਰਕਾਰ ਆਈ ਆ, ਉਹਨਾਂ ਨੇ ਬੜੇ ਵਧੀਆ ਐਕਸਪੈਰੀਮੈਂਟ ਕੀਤੇ ਆ ਔਰ ਬੜੇ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਲੈ ਕੇ ਆਂਦਾ, ਨੌਜਵਾਨਾਂ ਨੂੰ ਅੱਗੇ ਲੈ ਕੇ ਆਂਦਾ। ਪਰ ਕਰੋਨਾ ਉੱਥੇ ਬੜੀ ਬੁਰੀ ਤਰ੍ਹਾਂ ਜਾਲ ਫੈਲਾ ਰਿਹਾ ਆਪਣਾ। ਪੂਰੇ ਭਾਰਤ ਵਿੱਚੋਂ ਕੇਰਲਾ ਦਾ ਜਿਹੜਾ ਵਾ ਉਹ ਖਬਰਾਂ ਜ਼ਿਆਦਾ ਆ ਰਹੀਆਂ ਨੇ ਕਿ ਕੇਰਲਾ 'ਚ ਇਸ ਵੇਲੇ ਕਰੋਨਾ ਤੋਂ ਪੀੜਤ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਗਿਣਤੀ 'ਚ ਵੱਧ ਰਹੇ ਆ। ਕਿੱਥੇ ਕੋਈ ਅਣਗਹਿਲੀ ਹੋ ਰਹੀ ਆ ਜਾਂ ਕੀ ਕਾਰਨ ਹੋ ਸਕਦੇ ਆ? ਵੇਖੋ ਜੀ, ਜਿਹੜੀ ਬਿਮਾਰੀ ਹੈਗੀ ਆ ਉਹ ਕੋਈ ਦੇਖਦੀ ਨਹੀਂ ਵੀ ਮੈਂ ਕਿਹੜੀ ਸਟੇਟ 'ਚ ਫੈਲਣਾ ਘੱਟ, ਕਿਹੜੀ 'ਚ ਵੱਧ ਫੈਲਣਾ। ਤਾਂ ਇਹਦੇ ਵਿੱਚ ਇਹ ਜਿਹੜਾ ਵਾਇਰਸ ਹੈਗਾ, ਕਾਮਰੇਡਾਂ ਦਾ ਵੀ ਲਿਹਾਜ਼ ਨਹੀਂ ਕਰਦੀ। ਨਾ ਜੀ ਨਾ, ਇਹ ਕਿਸੇ ਦਾ ਵੀ ਨਹੀਂ ਕਰਦੀ। ਇਹ ਜਿਹੜੇ ਕੋਈ ਰਾਈਟਿਸਟ ਲੋਕ ਆ ਉਹ ਇਹ ਕਹਿ ਸਕਦੇ ਆ ਵੀ ਇੱਥੇ ਕਿਉਂਕਿ ਕਾਮਰੇਡ ਜ਼ਿਆਦਾ ਨੇ ਇਸ ਕਰਕੇ ਉਹਨਾਂ ਦਾ ਭਗਵਾਨ ਹੈ ਨਹੀਂਗਾ, ਰੱਬ ਹੈ ਨਹੀਂ, ਇਸ ਕਰਕੇ ਕਰੋਨਾ ਜਿਹੜਾ ਉਹ ਵੀ ਉਹਨਾਂ ਨੂੰ ਛੇਤੀ ਲੜਿਆ ਹੈਗਾ। ਇਦਾਂ ਦੀ ਇਹ ਤਾਂ ਐਵੇਂ ਲਾਈਟਰ ਵੇਨ ਦੇ ਵਿੱਚ ਗੱਲਾਂ ਹੈਗੀਆਂ ਜੀ। ਤੇ ਬਾਕੀ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ, ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ। 올림픽 ਚੱਲ ਰਿਹਾ, ਚੰਗਾ ਲੱਗਾ ਕਿ ਆਪਾਂ ਅੱਜ ਕੱਲ੍ਹ ਸਾਰਾ ਪ੍ਰੋਗਰਾਮ ਸਪੋਰਟਸ ਦੇ ਆਲੇ ਦੁਆਲੇ ਰੱਖਿਆ ਔਰ ਮੈਨੂੰ ਖੁਸ਼ੀ ਹੈ ਕਿ ਤੁਸੀਂ ਕਿਉਂਕਿ ਸਪੋਰਟਸ ਕਾਲਜ 'ਚ ਰਹੇ ਹੋ ਔਰ ਸਪੋਰਟਸ ਦੀਆਂ ਨਿੱਕੀਆਂ ਨਿੱਕੀਆਂ ਬਰੀਕੀਆਂ, ਕਮਜ਼ੋਰੀਆਂ ਤੇ ਜਿਹੜੀਆਂ ਸਾਡੀਆਂ ਤਰਜੀਹਾਂ ਨੇ, ਸਿਫਤਾਂ ਨੇ, ਸਾਡੇ ਗੁਣ ਨੇ, ਔਗਣ ਨੇ, ਉਹਨਾਂ ਬਾਰੇ ਬਰੀਕੀ 'ਚ ਜਾਣਕਾਰੀ ਰੱਖਦੇ ਹੋ। ਚੰਗਾ ਲੱਗਾ ਕਿ ਅੱਜ ਆਪਾਂ 올림픽 ਗੇਮਾਂ ਤੇ ਖੇਡਾਂ ਨਾਲ ਸਮਰਥਕ ਸਾਰਾ ਪ੍ਰੋਗਰਾਮ ਜਿਹੜਾ ਇਹਨੂੰ ਕੀਤਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਬਹੁਤ ਮਿਹਰਬਾਨੀ।